ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਬੇਸੁਮਾਰ ਥਾਹ ਅਗਨਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸਾਖਤ ਤੇ ਸੂਕਰ ਭਲਾ, ਰਾਖੈ ਆਛਾ ਗਾਵ। ਉਹ ਸਾਖਤ ਬਪੁਰਾ ਮਰ ਗਿਆ, ਕੋਇ ਨਾ ਲਹੈ ਨਾਉ। ਕਬੀਰ ਕਉਡੀ ਕਉਡੀ ਜੋਰ ਕੈ, ਜੋਰੇ ਲਾਖ ਕਰੋੜ। ਚਲਤੀ ਬਾਰ ਨ ਕਛ ਮਿਲਿਓ, ਲਈ ਲੰਗੋਟੀ ਤੋਰ। ਕਬੀਰ ਬੈਸਨੁ ਹੁਆ ਤਾ ਕਿਆ ਪਇਆ, ਮਾਲਾ ਮੇਲੀ ਚਾਰ। ਬਾਹਰ ਕੰਚਨ ਬਾਰਹਾ, ਪਿਹਤਰ ਭਰੀ ਪੰਘਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਦਇਆ ਨਿਧ ਕਿਰਪਾ ਨਿਧ ਕਰੁਣਾ ਨਿਧ ਗੁਣ ਨਿਧ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਰਹਿਮਤ ਹੈ, ਦਇਆ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਆਪਣੇ ਮਨੁੱਖਾ ਜੀਵਨ ਨੂੰ ਗੁਰੂ ਸ਼ਬਦ ਦੀ ਸਾਧਨਾ ਦੇ ਨਾਲ ਸਕਾਰਤ ਕਰਨ ਦਾ, ਸਫਲ ਕਰਨ ਦਾ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਬਖਸ਼ਿਸ਼ ਨੂੰ ਆਪ ਜੀ ਕੀਰਤਨ ਰੂਪ ਦੇ ਵਿੱਚ ਮਾਣਦਿਆਂ ਹੋਇਆਂ ਆਤਮਿਕ ਆਨੰਦ ਦੇ ਸਹਿਤ ਨਿਹਾਲ ਹੋ ਰਹੇ ਸੀ। ਸਤਿਗੁਰੂ ਕੀ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰਕੇ ਗੁਰੂ ਕੀ ਗਿਆਨ ਰੂਪ ਬਖਸ਼ਿਸ਼ ਨੂੰ ਮਾਣਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੋੜਨ ਦਾ ਯਤਨ ਕਰੀਏ ਜੀ, ਕਿਉਂਕਿ ਸਤਿਗੁਰੂ ਕੀ ਬਾਣੀ ਦਾ ਫਰਮਾਨ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਸਾਡੇ ਆਮ ਜੀਵਨ ਦੇ ਵਿੱਚ ਜਦ ਕੁਝ ਸਥਿਤੀਆਂ ਸਮਝ ਨਾ ਆਉਣ ਜਾਂ ਉਹ ਸਾਡੇ ਜਿਵੇਂ ਦੇ ਪੈਟਰਨ ਬਣੇ ਨੇ ਸੁਭਾਅ ਦੇ, ਵਿਵਹਾਰ ਦੇ, ਉਹਦੇ ਅਨੁਸਾਰ ਉਹ ਠੀਕ ਤਰੀਕੇ ਨਾਲ ਨਾ ਨਤੀਜੇ ਦੇ ਰਹੀਆਂ ਹੋਣ, ਤਾਂ ਫਿਰ ਉਸ ਕਾਰਜ ਨੂੰ ਰੋਕ ਕੇ ਕੁਝ ਸਮਾਂ ਉਹਦੇ ਉੱਪਰ ਵਿਸ਼ੇਸ਼ ਬੁੱਧੀ ਲਗਾ ਕੇ ਆਪਣੀ ਸਮਝ ਸੂਝ ਸਿਆਣਪ ਦੇ ਤਾਣ ਨਾਲ ਉਹਦੇ ਸਾਰੇ ਕਾਰਨਾਂ ਨੂੰ ਸਮਝ ਕੇ ਕਿਸੇ ਨਿਸ਼ਚਿਤ ਹੱਲ 'ਤੇ ਪੁੱਜਿਆ ਜਾਂਦਾ ਹੈ। ਜਿਵੇਂ ਕੋਈ ਸਮੱਸਿਆ ਆ ਜਾਏ ਕਿਸੇ ਨਾ ਕਿਸੇ ਪੱਖ ਤੋਂ, ਤਾਂ ਮਨੁੱਖ ਕਹਿੰਦੇ ਨੇ ਕਿ ਸਮੱਸਿਆ ਦਾ ਬਹੁਤਾ ਚਿੰਤਨ ਕਰਨ ਦੀ ਬਜਾਏ ਵਿਚਾਰ ਕਰਕੇ ਵਾਚੀਏ ਕਿ ਉਪਜੀ ਕਿਉਂ ਹੈ, ਇਹਦੇ ਕਿਹੜੇ ਕਿਹੜੇ ਹੱਲ ਨਜ਼ਰ ਆਉਂਦੇ ਹਨ। ਅਤੇ ਜਿਹੜੀ ਗੁਰਬਾਣੀ ਦੀ ਵਿਚਾਰ ਹੈ, ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖਾਂ ਦਾ ਲੱਛਣ ਹੈ ਕਿ ਵਿਰਲੇ ਹਨ ਜਿਨ੍ਹਾਂ ਦੇ ਅੰਦਰ ਕਰਨ ਦੀ ਪ੍ਰੇਰਣਾ ਹੈ ਅਤੇ ਜਿਨ੍ਹਾਂ ਨੇ ਗੁਰੂ ਕਿਰਪਾ ਕੋਲੋਂ ਕਿਰਪਾ ਸਦਕਾ ਤਾਣ ਪ੍ਰਾਪਤ ਕੀਤਾ ਹੈ ਅਤੇ ਉਸ ਵਿਚਾਰ ਦੇ ਨਾਲ ਜੁੜ ਕੇ ਉਹਦੇ ਅਨੁਸਾਰ ਢਲ ਕੇ ਗੁਰੂ ਕੀ ਬਖਸ਼ਿਸ਼ ਨੂੰ ਮਾਣਦੇ ਹਨ। ਸੋ ਪਾਵਨ ਬਾਣੀ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਾਖਤ ਤੇ ਸੂਕਰ ਭਲਾ, ਰਾਖੈ ਆਛਾ ਗਾਓ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜੀ ਸੀ ਕਿ ਅਧਿਆਤਮਿਕ ਅਰਥਾਂ ਤੋਂ ਭਟਕਿਆ ਹੋਇਆ ਮਨੁੱਖ, ਆਪਣੇ ਆਤਮਿਕ ਜੀਵਨ ਦੇ ਮਨੋਰਥ ਤੋਂ ਭਟਕਿਆ ਹੋਇਆ ਮਨੁੱਖ ਸੰਸਾਰ ਨੂੰ ਅਤੇ ਦੇਹ ਅਤੇ ਮਨ ਦੇ ਜੀਵਨ ਨੂੰ ਪ੍ਰਮੁੱਖਤਾ ਦਿੰਦਾ ਹੈ। ਇਸ ਪ੍ਰਮੁੱਖਤਾ ਦੇ ਵਿੱਚ ਉਹ ਤਨ ਨੂੰ, ਸੰਸਾਰ ਨੂੰ ਸਥਾਈ ਮੰਨ ਲੈਂਦਾ ਹੈ, ਜਿਸ ਕਰਕੇ ਸੰਸਾਰ ਦੀ ਧੰਦੇ ਧਾਵਣੀ ਵਿੱਚ ਮਸਤ ਰਹਿੰਦਾ ਹੈ। ਕਦੇ ਵੀ ਜੀਵਨ ਦਾ ਅਧਿਆਤਮਕ ਅਰਥ ਨਾ ਯਾਦ ਆਉਂਦਾ ਹੈ, ਨਾ ਉਸ ਨੂੰ ਗਿਆਨ ਦਾ ਯਤਨ ਕਰਦਾ। ਫਿਰ ਸਿਲਾ ਕੀ ਹੁੰਦਾ ਹੈ ਕਿ ਬਿਨਾਂ ਮਨੋਰਥ ਕੋਈ ਪ੍ਰਾਪਤ ਕੀਤਿਆਂ, ਬਿਨਾਂ ਇਸ ਜੀਵਨ ਦਾ ਕੋਈ ਵੱਡਾ ਪ੍ਰਯੋਜਨ ਕਮਾਇਆ, ਇਸ ਸੰਸਾਰ ਤੋਂ ਕੂਚ ਕਰ ਜਾਂਦਾ ਸਰਲ ਭਾਵ ਦੇ ਵਿੱਚ ਕਿ ਦੁਨੀਆ ਦੇ ਵਿੱਚ ਆ ਕੇ ਦੁਨੀਆ ਦੇ ਨੁਕਤੇ ਤੋਂ ਬੜਾ ਸ਼੍ਰੇਸ਼ਟ ਬਣ ਗਿਆ। ਅਤੇ ਜਦੋਂ ਗਿਆ ਵੀ ਉਦੋਂ ਵੀ ਸੰਸਾਰ ਵਿੱਚ ਜ਼ਿਕਰ ਰਿਹਾ ਕਿ ਬੜਾ ਵਿਦਵਾਨ ਸੀ, ਬੜਾ ਧਨਵਾਨ ਸੀ, ਬੜਾ ਜਿਸ ਪੱਖ ਤੋਂ ਵੀ ਬੰਦੇ ਨੂੰ ਉੱਤਮ ਗਿਣਿਆ ਜਾਂਦਾ ਉਹਦੀ ਚਰਚਾ ਹੋਈ। ਪਰ ਕਿਸੇ ਨੇ ਇਸ ਨੁਕਤੇ ਤੋਂ ਨਹੀਂ ਗਿਣਿਆ ਕਿ ਭਗਤੀ ਦਾ, ਬੰਦਗੀ ਦਾ, ਸ਼ੁਭ ਗੁਣਾਂ ਦਾ, ਧਰਮ ਦੇ ਸਦਗੁਣਾਂ ਦੀ ਬਹੁਤ ਵੱਡੀ ਰਾਸ ਪੱਲੇ ਬੰਨ੍ਹ ਕੇ ਗਿਆ ਹੈ। ਕਹਿੰਦੇ ਇਸ ਦਾ ਜ਼ਿਕਰ ਨਹੀਂ ਹੋਇਆ ਕਿਉਂਕਿ ਗਹਿ ਗੱਚ ਪਰਿਓ ਕੁਟੰਬ ਕਹਿ ਕੇਵਲ ਸੰਸਾਰ ਦੀ ਧੰਦੇ ਧਾਵਣੀ ਦੇ ਤੱਕ ਹੀ ਮਸਤ ਰਿਹਾ, ਭਾਵ ਕਿ ਪਸ਼ੂ ਤਲ ਦਾ ਜੀਵਨ ਜੀਵਿਆ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਸਾਖਤ ਤੇ ਸੂਕਰ ਭਲਾ, ਰਾਖੈ ਆਛਾ ਗਾਓ। ਸਾਧਾਰਨ ਜੇ ਨੁਕਤੇ ਤੋਂ ਗੱਲ ਆਰੰਭ ਕੀਤੀ ਜਾਵੇ, ਕਿਸੇ ਵੀ ਸੁਗੜ ਬੰਦੇ ਨੂੰ, ਇਨਸਾਨ ਨੂੰ ਪੁੱਛਿਆ ਜਾਵੇ ਪਸ਼ੂ ਉੱਤਮ ਹੈ ਕਿ ਮਨੁੱਖ, ਤਾਂ ਯਕੀਨਨ
ਉਹ ਮਨੁੱਖ ਨੂੰ ਉੱਤਮ ਕਹੇਗਾ, ਫਿਰ ਜੇ ਪਸ਼ੂ ਨੂੰ ਨਹੀਂ ਕਹੇਗਾ। ਪਰ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਕਰ ਰਹੇ ਹਨ, ਸਾਕਤ ਤੇ ਸੂਕਰ ਭਲਾ। ਕਹਿੰਦੇ ਇੱਕ ਮਨੁੱਖ ਨਾਲੋਂ ਪਸ਼ੂ ਉੱਤਮ ਹੋ ਸਕਦਾ ਹੈ। ਹੁਣ ਉਹਨਾਂ ਦੇ ਉੱਤਮ ਹੋਣ ਦੇ ਪੈਮਾਨੇ ਵੱਖੋ ਵੱਖਰੇ ਨੇ। ਉਂਝ ਮਨੁੱਖ ਦੀ ਜਿਹੜੀ ਘਾੜਤ ਹੈ ਇਹ ਅਤੀ ਉੱਤਮ ਹੈ, ਪਰ ਇਸ ਘਾੜਤ ਦੇ ਵਿੱਚ ਜੇ ਮਨੁੱਖ ਆਪਣੀ ਚੇਤਨਾ ਦਾ ਵਿਕਾਸ ਕਰਕੇ ਜੀਵਨ ਦੇ ਕੋਈ ਵੱਡੇ ਅਰਥ ਨਹੀਂ ਕਮਾਉਂਦਾ ਤਾਂ ਫਿਰ ਇਹ ਪਸ਼ੂ ਨਾਲੋਂ ਵੀ ਨਿਮਨ ਹੈ। ਯਕੀਨਨ ਤੌਰ 'ਤੇ ਪਸ਼ੂ ਦੇ ਅੰਦਰ ਚੇਤਨਾ ਵਿਕਸਿਤ ਨਹੀਂ ਹੈ। ਉਹ ਕੇਵਲ ਸਰੀਰਕ ਤਲ ਦਾ ਜੀਵਨ ਜਿਉਂਦਾ ਹੈ, ਆਪਣਾ ਚਾਰਾ ਖਾਣਾ ਸੀਮਤ ਕਰਨਾ, ਕੁਝ ਵਿਸ਼ੇ ਭੋਗਣੇ, ਇਸ ਤੋਂ ਇਲਾਵਾ ਪਸ਼ੂ ਦਾ ਅਗਲਾ ਕੋਈ ਕਰਮ ਨਹੀਂ ਹੈ। ਪਰ ਇੰਨਾ ਹੁੰਦਿਆਂ ਹੋਇਆਂ ਵੀ ਉਹਦਾ ਜੀਵਨ ਦੂਜਿਆਂ ਦੇ ਲਈ ਲਾਭਕਾਰੀ ਹੈ। ਪਰ ਮਨੁੱਖ ਦੇ ਕੋਲੋਂ ਚੇਤਨਾ, ਸਿਮਰਤੀ, ਜ਼ੁਬਾਨ, ਬੁੱਧੀ, ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਮਨੁੱਖ ਦੇ ਜੀਵਨ 'ਚ ਕੋਈ ਵੱਡਾ ਅਰਥ, ਵੱਡਾ ਕੋਈ ਧਰਮ ਦਾ ਆਦਰਸ਼ ਨਾ ਪ੍ਰਗਟ ਹੋ ਰਿਹਾ ਹੋਵੇ ਤਾਂ ਫਿਰ ਉਸ ਦੇ ਜੀਵਨ ਨੂੰ ਪਸ਼ੂ ਤੋਂ ਨਿਮਨ ਹੀ ਕਹਿਣਾ ਪਏਗਾ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸਾਕਤ ਤੇ ਸੂਕਰ ਭਲਾ। ਸਾਕਤ ਦੇ ਸੰਬੰਧ ਵਿੱਚ ਆਪ ਜੀ ਨੇ ਲੜੀਵਾਰ ਵਿਚਾਰ ਦੇ ਅੰਤਰਗਤ ਸ਼ਰਵਣ ਕੀਤਾ ਹੈ ਕਿ ਜਿਹੜਾ ਪਰਮੇਸ਼ਰ ਨੂੰ ਸ਼ਕਤੀ ਬਣ ਕੇ ਅਤੇ ਇਸਤਰੀ ਰੂਪ ਵਿੱਚ ਉਹਦੀ ਪੂਜਾ ਕਰਦਾ ਹੈ ਅਤੇ ਪੰਜਾਂ ਮਕਾਰਾਂ ਨੂੰ ਆਪਣੀ ਮਰਿਆਦਾ ਬਣਾਉਂਦਾ ਹੈ। ਭਾਵ ਕਿ ਜਿਹੜੇ ਪੰਜ ਮਕਾਰ ਜਿਹਦੇ ਵਿੱਚ ਕਿਹਾ ਜਾਂਦਾ ਹੈ ਮਦਨ, ਮਾਸ, ਮਤਸਯ, ਮੈਥੁਨ, ਇਸ ਪ੍ਰਕਾਰ ਕਿ ਜਿਹੜੇ ਪੰਜ ਮਲੀਨ ਕਰਮ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਜਿਉਂਦਾ ਹੈ ਉਸ ਨੂੰ ਸਾਕਤ ਪੁਰਸ਼ ਕਿਹਾ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਸਾਕਤ ਨਾਲੋਂ ਇੱਕ ਸੂਰ ਚੰਗਾ ਹੈ। ਘੱਟੋ ਘੱਟ ਜਿਹੜਾ ਸਾਰੇ ਨਗਰ ਨੂੰ ਸਾਫ਼ ਰੱਖਦਾ ਹੈ। ਕਹਿੰਦੇ ਇਸ ਕਰਕੇ ਉਹ ਸਾਕਤ ਬਪੁਰਾ ਮਰ ਗਿਆ। ਭਾਵ ਕਿ ਇੱਕ ਪਾਸੇ ਉਹ ਸਾਕਤ ਪੁਰਸ਼ ਜਿਹਦਾ ਜੀਵਨ ਪੰਜ ਮਕਾਰਾਂ ਦੀ ਭਟਕਣ ਦੇ ਨਾਲ ਪਲੀਤ ਹੋਇਆ ਪਿਆ ਸੀ, ਇੱਕ ਪਾਸੇ ਉਹ ਮਰ ਗਿਆ, ਕਹਿੰਦੇ ਕੋਈ ਖਿਆਲ ਵੀ ਨਹੀਂ ਕਰਦਾ। ਦੂਜੀ ਤਰਫ ਜਿਹੜਾ ਸੂਰ ਮਰਿਆ ਹੈ ਤਾਂ ਆਖਦੇ ਹਨ ਭਗਤ ਕਬੀਰ ਸਾਹਿਬ ਜੀ ਕਿ ਉਹਦੀ ਜ਼ਿਕਰ ਹੁੰਦਾ ਹੈ, ਉਹਦਾ ਥੋੜ੍ਹਾ ਥੋੜ੍ਹਾ ਭਾਵ ਹੁੰਦਾ ਹੈ। ਇਸ ਕਰਕੇ ਇਸ ਸ਼ਲੋਕ ਨੂੰ ਇਸ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਸੁਖਮਨੀ ਸਾਹਿਬ ਦੀ ਬਾਣੀ 'ਚ ਵਾਕ ਆਉਂਦੇ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ। ਸ਼੍ਰੇਣੀ ਮਨੁੱਖ ਦੀ ਹੈ ਪਰ ਕਰਮ ਪਸ਼ੂ ਤਲਦੇ ਹਨ। ਇਸ ਗੱਲ ਦਾ ਗਹਿਰਾ ਭਾਵ ਇਹ ਹੈ ਜਿਵੇਂ ਮਨੁੱਖ ਆਪਣੀ ਚੇਤਨਾ ਨੂੰ ਅਗਰ ਨਹੀਂ ਵਿਕਸਿਤ ਕਰਦਾ ਤਾਂ ਉਹ ਜ਼ਿੰਦਗੀ 'ਚ ਆਪਣੇ ਸਰੀਰ ਤੋਂ ਹੀ ਉੱਪਰ ਨਹੀਂ ਉੱਠ ਸਕੇਗਾ। ਅਸੀਂ ਪੰਚ ਕੋਸ਼ਾਂ ਦਾ ਜ਼ਿਕਰ ਪੜ੍ਹਦੇ ਹਾਂ, ਉਹਦੇ ਵਿੱਚ ਸਭ ਤੋਂ ਪਹਿਲਾਂ ਇਸੇ ਪ੍ਰਕਾਰ ਪੰਚ ਕੋਸ਼ ਆਉਂਦੇ ਹਨ, ਤਨਮਯ ਕੋਸ਼, ਮਨਮਯ ਕੋਸ਼, ਪ੍ਰਾਣਮਈ ਕੋਸ਼, ਵਿਗਿਆਨਮਈ ਕੋਸ਼। ਇਸੇ ਪ੍ਰਕਾਰ ਕਿ ਜੀਵਨ ਭਰ ਜਿਹੜਾ ਸਰੀਰ ਦੀਆਂ ਲੋੜਾਂ ਦੇ ਅਨੁਭਵ ਨੂੰ ਜਾਣ ਕੇ ਲੋੜਾਂ ਦੀ ਪੂਰਤੀ ਦੇ ਸਾਧਨਾਂ ਨੂੰ ਕਰਨ ਤੋਂ ਬਾਅਦ ਵੀ ਉਹਨਾਂ ਲੋੜਾਂ ਦੀ ਤ੍ਰਿਸ਼ਨਾ, ਵਾਸ਼ਨਾ ਦੇ ਵਿੱਚ ਰਹਿੰਦਾ ਹੈ ਤਾਂ ਸਮਝ ਲਓ ਕਿ ਉਹ ਪਸ਼ੂ ਤਲ 'ਤੇ ਜੀ ਰਿਹਾ। ਜਿਵੇਂ ਪਸ਼ੂਆਂ ਦੀ ਸਧਾਰਨ ਹਾਲਤ ਕੀ ਹੈ ਕਿ ਉਹਨਾਂ ਦੀ ਚਾਰੇ ਵਾਲੀ ਥਾਂ ਹਮੇਸ਼ਾ ਭਰੀ ਰਹਿਣੀ ਚਾਹੀਦੀ ਹੈ। ਜਦ ਜੀ ਕੀਤਾ ਉਸ ਵਕਤ ਹੀ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ ਔਰ ਕੋਈ ਉਹਦੇ ਵਿੱਚ ਕੋਈ ਖਾਸ ਤਰ੍ਹਾਂ ਦਾ ਨੇਮ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਸਾਕਤ ਤੇ ਸੂਕਰ ਭਲਾ, ਕਿ ਪਸ਼ੂ ਦੇ ਜੀਵਨ ਵਿੱਚ ਉੱਤਮਤਾ ਜਿੰਨੀ ਕੁ ਹੈ ਉਨੀ ਕੁ ਬਣੀ ਰਹਿੰਦੀ ਹੈ। ਇਸ ਕਰਕੇ ਗੁਰਬਾਣੀ 'ਚ ਇੱਕ ਵਾਕ ਆਉਂਦਾ ਹੈ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇਹ। ਭਾਵੇਂ ਉਹਦੀ ਚੇਤਨਾ ਵਿਕਸਿਤ ਨਹੀਂ ਹੈ, ਉਹ ਕੋਈ ਸਿਆਣਪ ਸੂਝ ਨੂੰ ਜਾਂ ਦੁਨੀਆ ਦੇ ਵੱਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਨਿਭਾਉਣ ਦੇ ਵਿੱਚ ਪਸ਼ੂ ਦਾ ਕੋਈ ਬਹੁਤਾ ਵੱਡਾ ਯੋਗਦਾਨ ਨਹੀਂ ਹੋ ਸਕਦਾ। ਪਰ ਕਹਿੰਦੇ ਜਿਹੜੀ ਉਹਦੇ ਅੰਦਰ ਉਹਦੀ ਸਰੀਰਕ ਪੱਖ ਤੋਂ ਸੰਸਾਰ ਨੂੰ ਲਾਭ ਪਹੁੰਚਦਾ ਹੈ ਉਹ ਆਪਣੇ ਆਪ ਦੇ ਵਿੱਚ ਬੜਾ ਉੱਤਮ ਹੈ, ਕਿਉਂਕਿ ਉਹ ਦੁੱਧ ਪਦਾਰਥਾਂ ਦਾ ਨਿਰਮਾਣ। ਇਸ ਕਰਕੇ ਸਾਨੂੰ ਭਗਤ ਕਬੀਰ ਸਾਹਿਬ ਜੀ ਨੇ ਕਿੱਡਾ ਸੁਚੇਤ ਕੀਤਾ ਹੈ, ਸਾਨੂੰ ਸਾਡੇ ਮਨੁੱਖ ਹੋਣ ਦੇ ਅਰਥਾਂ ਨੂੰ ਕਿੰਨਾ ਸਪਸ਼ਟ ਕੀਤਾ ਹੈ ਕਿ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਕਿ ਪਸ਼ੂ ਜਦ ਜਿਉਂਦਾ ਹੈ ਉਦੋਂ ਵੀ ਕਲਿਆਣਕਾਰੀ ਹੈ, ਜਦੋਂ ਪਸ਼ੂ ਮਰ ਜਾਂਦਾ ਹੈ ਉਦੋਂ ਵੀ ਉਹਦੀ ਦੇਹ ਤੋਂ ਕਈ ਲਾਭ ਪਹੁੰਚਦੇ ਨੇ। ਅਤੇ ਜੇ ਇਸ ਤੋਂ ਘੱਟ ਲਾਭ ਮਨੁੱਖ ਤੋਂ ਪੈਦਾ ਹੋ ਰਹੇ ਹਨ ਅਤੇ ਫਿਰ ਸਮਝ ਲੈਣਾ ਕਿ ਮਨੁੱਖ ਪਸ਼ੂ ਤੋਂ ਨਿਮਨ ਤਰੀਕੇ ਦੇ ਨਾਲ ਜਿਉਂ ਰਿਹਾ ਹੈ। ਇਹਦੇ ਜੀਵਨ ਦੀ ਜਿਹੜੀ ਕਾਰ ਹੈ, ਇਸ ਕਰਕੇ ਸ਼੍ਰੇਣੀ ਮਾਨਸ ਹੈ। ਜਿਵੇਂ ਹੁਣ ਇੱਕ ਹੀ ਬੰਦਾ ਹੁੰਦਾ ਹੈ, ਉਹਨੂੰ ਅਸੀਂ ਹੈਵਾਨ ਆਖਦੇ ਹਾਂ,
ਇੱਕ ਬੰਦਾ ਹੁੰਦਾ ਉਹਨੂੰ ਅਸੀਂ ਗੁਰਮੁਖ ਆਖਦੇ ਹਾਂ। ਹੁਣ ਮਨੁੱਖ ਕਹੇਗਾ ਕਿ ਸਾਰਾ ਕੁਝ ਤਾਂ ਬਰਾਬਰ ਹੈ, ਸਰੀਰ ਦਾ ਆਕਾਰ ਬਰਾਬਰ ਹੈ, ਦਿਮਾਗ ਵੀ ਬਰਾਬਰ ਹੈ, ਦਿਲ ਸਭ ਕੁਝ ਇੱਕੋ ਜਿਹਾ ਹੈ। ਪਰ ਗੱਲ ਕੀ ਹੈ ਕਿ ਜਿਵੇਂ ਦੀ ਉਹਨੇ ਆਪਣੇ ਜੀਵਨ 'ਚ ਸਾਧਨਾ ਕਮਾਈ ਹੈ, ਉਵੇਂ ਦਾ ਉਹਦਾ ਨਾਮ ਪ੍ਰਚਲਿਤ ਹੋ ਗਿਆ। ਹੁਣ ਪਸ਼ੂ ਅਤੇ ਮਨੁੱਖ ਦੇ ਨਾਵਾਂ ਨੂੰ ਜੇ ਵਿਚਾਰੀਏ, ਪਸ਼ੂ ਦਾ ਅਰਥ ਅਸਲ 4 ਲੱਤਾਂ ਵਾਲਾ ਜਾਨਵਰ ਨਹੀਂ ਹੁੰਦਾ। ਪਸ਼ੂ ਦਾ ਅਸਲ ਅਰਥ ਹੈ ਰੁਕਿਆ ਹੋਇਆ। ਜਿਵੇਂ ਮਨੁੱਖ ਦਾ ਜਿਹੜੀ ਚਾਰਲਸ ਡਾਰਵਿਨ ਦੀ ਥਿਊਰੀ ਹੈ, ਵਿਕਾਸਵਾਦ ਦਾ ਸਿਧਾਂਤ ਹੈ, ਉਹ ਇਹ ਗੱਲ ਮੰਨਦਾ ਕਿ ਜਿਹੜੀ ਮੌਜੂਦਾ ਮਨੁੱਖ ਪ੍ਰਜਾਤੀ ਹੈ ਇਹ ਬਾਂਦਰਾਂ ਤੋਂ ਵਿਕਸਿਤ ਹੋਈ ਹੈ। ਹੌਲੀ ਹੌਲੀ ਜਾਂਗਲੀ ਜੀਵਨ ਜਿਨ੍ਹਾਂ ਦਾ ਸੁਧਰਦਾ ਗਿਆ ਉਹ ਮਨੁੱਖ ਜਾਤੀ ਬਣਦੀ ਗਈ। ਉਹਦੀ ਇਹ ਵਿਕਾਸਵਾਦ ਦੀ ਥਿਊਰੀ ਹੈ, ਜਿਹਨੂੰ ਉਹ ਥਿਊਰੀ ਆਫ ਸਪੀਸੀਜ਼ ਕਹਿੰਦੇ ਹਨ। ਉਸੇ ਪ੍ਰਕਾਰ ਕਹਿੰਦਾ ਕਿ ਇਹ ਉਹ ਮੰਨਦੇ ਹਨ ਕਿ ਹੌਲੀ ਹੌਲੀ ਵਿਕਾਸ ਹੋ ਕੇ ਅਜੋਕੇ ਤੱਕ ਪੁੱਜ ਗਿਆ। ਹੁਣ ਸਾਡੇ ਸਾਹਮਣੇ ਸ਼ਬਦ 2 ਨੇ, ਪਸ਼ੂ। ਪਸ਼ੂ ਦਾ ਭਾਵ ਹੈ ਕਿ ਇੱਕ ਜਿਹੜੇ ਸਨ ਉਹਨਾਂ ਨੇ ਵਿਕਾਸ ਕਰਕੇ ਆਪਣੇ ਚੱਲਣ ਦੀ, ਭੋਜਨ ਦੀ ਖੋਜ ਕਰਨ ਦੀ, ਹੋਰ ਸਾਰੇ ਯਤਨ ਲੱਭ ਕੇ ਤੇ ਆਪਣੇ ਆਪ ਨੂੰ ਇੱਕ ਵਿਕਸਿਤ ਕਰ ਲਿਆ। ਪਰ ਦੂਜੇ ਪਾਸੇ ਕੁਝ ਐਸੀਆਂ ਜਾਤੀਆਂ ਜਿਹੜੀਆਂ ਵਿਕਸਿਤ ਨਹੀਂ ਕਰ ਸਕੀਆਂ, ਉਸੇ ਪ੍ਰਕਾਰ ਹੀ ਰਹੀਆਂ। ਤਾਂ ਭਗਤ ਕਬੀਰ ਇਸ ਕਰਕੇ ਪਸ਼ੂ ਦਾ ਅਰਥ ਹੈ ਜਿਹੜਾ ਰੁਕਿਆ ਹੋਇਆ ਹੈ। ਅਤੇ ਹੁਣ ਇਹ ਰੁਕਿਆ ਇਕੱਲਾ ਪਸ਼ੂਆਂ ਦੇ ਤਲ 'ਤੇ ਨਹੀਂ ਹੈ, ਇਹ ਮਨੁੱਖਾਂ ਦੇ ਤਲ 'ਤੇ ਵੀ ਹੈ। ਮਨੁੱਖ ਦੇ ਕੋਲ ਜੇ ਜ਼ਿੰਦਗੀ ਦੇ ਇੰਨੇ ਕੀ ਪ੍ਰਯੋਜਨ ਨੇ, ਖਾਣਾ ਪੀਣਾ, ਸੌਣਾ ਹੰਡਾਉਣਾ, ਵਿਸ਼ੇ ਵਿਕਾਰ ਭੋਗਣੇ ਅਤੇ ਆਪਣੇ ਤੋਂ ਨਿਮਰ ਨੂੰ ਡਰਾ ਲੈਣਾ, ਉੱਪਰਲੇ ਤੋਂ ਡਰ ਜਾਣਾ, ਇੰਨਾ ਕੁ ਕਈਆਂ ਦਾ ਜੀਵਨ ਸੀਮਤ ਹੁੰਦਾ ਹੈ। ਤਾਂ ਜੇ ਇਸ ਤਰ੍ਹਾਂ ਦਾ ਜੀਵਨ ਚੱਲ ਰਿਹਾ ਤਾਂ ਸਮਝ ਲੈਣਾ ਕਿ ਜਾਤੀ ਮਨੁੱਖ ਦੀ ਹੈ, ਪਰ ਜਿਹੜੀ ਸਾਰੀ ਕਰਤੂਤ ਭਾਵ ਸਾਰੇ ਜੀਵਨ ਦੀ ਕਾਰਜ ਪ੍ਰਕਿਰਿਆ ਹੈ ਉਹ ਪਸ਼ੂ ਦੇ ਤਲ ਦੀ ਹੈ। ਕਿ ਤੇਰੇ ਨਾਲੋਂ ਤਾਂ ਜ਼ਿਆਦਾ ਪਸ਼ੂ ਕਲਿਆਣਕਾਰੀ ਧਰਤੀ ਦੇ ਲਈ ਸਾਬਤ ਹੋ ਰਿਹਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਤੇ ਸੂਕਰ ਭਲਾ। ਇਸ ਕਰਕੇ ਜਦੋਂ ਅਧਿਆਤਮ ਦੇ ਵਿੱਚ ਮਨੁੱਖ ਨੂੰ ਜਗਾਉਣਾ ਹੁੰਦਾ ਨਾ, ਫਿਰ ਚੀਜ਼ਾਂ ਦੇ ਪਾਰਲੇ ਰੂਪ ਦਿਖਾਏ ਜਾਂਦੇ ਹਨ। ਕਿ ਸੂਕਰ ਕਿਵੇਂ ਉੱਤਮ ਹੈ, ਉਹ ਭਾਵੇਂ ਉਹਦੀ ਖੁਰਾਕ ਗੰਦਗੀ ਹੈ, ਕੂੜਾ ਕਰਕਟ ਆਦਿ ਕੋਲ ਲੈਂਦਾ ਹੈ, ਪਰ ਉਹਦੇ ਸਦਕਾ ਵੀ ਉਹ ਇੱਕ ਧਰਤੀ 'ਤੇ ਜਿਹੜਾ ਮਨੁੱਖਾਂ ਦੁਆਰਾ ਜਾਂ ਕਿਸੇ ਤਰੀਕੇ ਨਾਲ ਗੰਦ ਪਸਰਨਾ ਹੈ ਉਹਨੂੰ ਕਿਸੇ ਕੰਟਰੋਲ ਵਿੱਚ ਰੱਖਦਾ ਹੈ। ਪਰ ਜਿਹੜਾ, ਕਿਉਂਕਿ ਹੁਣ ਇੱਥੇ ਹੋਰ ਵੀ ਇੱਕ ਨੁਕਤਾ ਹੈ ਕਿ ਪਸ਼ੂ ਕੋਲੋਂ ਕੋਈ ਚੇਤਨਾ ਨਹੀਂ ਹੈ। ਸੂਰ ਨੂੰ ਕੋਈ ਨਹੀਂ ਕਹਿੰਦਾ ਕਿ ਇਸ ਬਸਤੀ ਦੇ ਵਿੱਚੋਂ ਤੂੰ ਗੰਦ ਮਤਲਬ ਚੁਣ ਜਾਂ ਇਸ ਗੰਦ ਨੂੰ ਸਾਫ਼ ਕਰ। ਕਹਿੰਦੇ ਉਹਦੇ ਅੰਦਰ ਕੋਈ ਚੇਤਨਾ ਨਹੀਂ ਹੈ, ਕੋਈ ਦਿਮਾਗ ਨਹੀਂ ਹੈ, ਪਰ ਫਿਰ ਵੀ ਉਹਦਾ ਕੀਤਾ ਹੋਇਆ ਕਰਮ ਧਰਤੀ ਦੇ ਭਲੇ ਲਈ ਸਾਬਤ ਹੁੰਦਾ ਹੈ। ਦੂਜੇ ਪਾਸੇ ਜਿਹੜਾ ਸਾਕਤ ਪੁਰਸ਼ ਹੈ ਉਹਨੂੰ ਮਾਲਕ ਨੇ ਏਡੀ ਚੰਗੀ ਬੁੱਧ ਬਖਸ਼ੀ ਹੈ, ਉਸ ਬੁੱਧ ਨੂੰ ਵੀ ਉਹ 5 ਮਕਾਰਾਂ ਦੀ ਸਾਧਨਾ ਵਿੱਚ ਲਿਆ ਕੇ ਧਰਤੀ 'ਤੇ ਮਲੀਨਤਾ ਫੈਲਾਉਂਦਾ। ਅਤੇ ਇਹੋ ਜਿਹੇ ਮਨੁੱਖ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੂਰ ਨਾਲੋਂ ਵੀ ਮਾੜੇ ਹਨ, ਜਿਨ੍ਹਾਂ ਦੇ ਜੀਵਨ 'ਚ ਕੋਈ ਉੱਤਮਤਾ ਨਹੀਂ ਪੈਦਾ ਹੁੰਦੀ। ਹੁਣ ਅਸੀਂ ਸੁਭਾਵਕ ਇਸ ਗੱਲ ਨੂੰ ਕੁਝ ਸਿਲਸਿਲਿਆਂ ਤੋਂ, ਕਿਸੇ ਨੁਕਤਿਆਂ ਤੋਂ ਵਾਚੀਏ ਤਾਂ ਅਸੀਂ ਸਾਰੇ ਆਪਣਾ ਇੱਕ ਜਨਮ ਲੈ ਕੇ ਇਸ ਸੰਸਾਰ ਦੇ ਵਿੱਚ ਆਏ ਹਾਂ। ਜੀਵਨ ਦਾ ਬੜਾ ਹਿੱਸਾ ਸਾਨੂੰ ਇਹੀ ਖਿਆਲ ਰਿਹਾ ਕਿ ਆਪਣਾ ਆਪ ਸਵਾਰਿਆ ਜਾਏ, ਆਪਣੇ ਆਪ ਦੇ ਜੀਵਨ ਨੂੰ ਭਰਪੂਰ ਬਣਾਇਆ ਜਾਏ। ਲਗਭਗ ਐਸੀ ਜਿਹੜੀ ਖਿਆਲ ਹੈ ਇਹ ਸਾਰਿਆਂ ਮਨੁੱਖਾਂ ਦਾ ਕਿਸੇ ਨਾ ਕਿਸੇ ਪੱਧਰ 'ਤੇ ਜਾ ਕੇ ਪੂਰਾ ਹੋ ਜਾਂਦਾ ਹੈ। ਉਹਨਾਂ ਦੇ ਜੀਵਨ ਦੀਆਂ ਲੋੜਾਂ, ਆਰਾਮ, ਸੁੱਖ ਸੰਪਦਾਵਾਂ ਜਾਂ ਮਾਨਸਿਕ ਜਿਤਨੇ ਵੀ ਸਾਧਨ ਚਾਹੀਦੇ ਨੇ ਤ੍ਰਿਪਤੀ ਦੇ, ਉਹ ਸਾਰੇ ਪੂਰਨ ਹੋ ਜਾਂਦੇ ਨੇ। ਫਿਰ ਉਹਦੇ ਕੋਲੋਂ ਵੱਧ ਆਉਣ ਲੱਗ ਪੈਂਦਾ ਹੈ, ਉਹਦੀ ਸੀਮਾ ਤੋਂ, ਉਹਦੀ ਸਮਰੱਥਾ ਤੋਂ ਕਿਤੇ ਵੱਧ ਆਉਣ ਲੱਗ ਪੈਂਦਾ ਹੈ। ਪਰ ਮਨੁੱਖ ਦੀ ਫਿਤਰਤ ਕੀ ਹੈ ਕਿ ਉਸ ਨੂੰ ਆਪਣਾ ਨਿੱਜ ਬਣਾ ਕੇ ਅਤੇ ਜਾਣਦਾ ਨਹੀਂ ਕਿ ਇਸ ਨੂੰ ਕਿਸੇ ਭਲੇ ਦੇ ਹਿੱਤ ਲਗਾਉਣਾ ਹੈ ਜਾਂ ਮੇਰੇ ਮਨੁੱਖ ਹੋਣ ਦੇ ਨਾਲ ਇਸ ਧਰਤੀ ਦੇ ਨੇਮ ਵਿੱਚ ਕੋਈ ਵੱਡਾ ਆਦਰਸ਼ ਪੈਦਾ ਹੋ ਜਾਏ, ਇਸ ਦੇ ਲਈ ਯਤਨ ਕਰਨਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜਿਹੀ ਚੇਤਨਾ ਦਾ, ਅਜਿਹੀ ਮਨੁੱਖਾ ਜੂਨ ਦਾ ਵੀ ਕੋਈ ਅਰਥ ਨਹੀਂ ਹੈ ਜਿਹੜੀ ਪਸ਼ੂ ਤੋਂ ਵੀ ਘੱਟ ਕਲਿਆਣਕਾਰੀ ਇਸ ਧਰਤੀ ਦੇ ਲਈ ਸਾਬਤ ਹੋਵੇ। ਇਸ ਕਰਕੇ ਕਹਿੰਦੇ ਉਹ ਸਾਕਤ ਬਪੁਰਾ ਮਰ ਗਿਆ ਕੋਏ ਨਾ ਲਿਆ ਨਾਉ। ਕਹਿੰਦੇ ਕਸੂਰ ਮਰ ਗਿਆ, ਸਾਰੀ ਬਸਤੀ ਵਿੱਚ ਜ਼ਿਕਰ ਹੁੰਦਾ ਹੈ ਕਿ ਚੰਗਾ ਸੀ, ਮਾੜਾ ਮੋਟਾ ਗੰਦ ਚੁੱਕ ਲੈਂਦਾ ਸੀ, ਪਰ ਕਹਿੰਦੇ ਉਹਦੀ ਫਿਰ ਵੀ ਚਰਚਾ ਹੋਈ। ਕਹਿੰਦੇ ਪਰ ਦੂਜੇ ਪਾਸੇ ਸਾਕਤ ਬਪੁਰਾ ਕਿ ਜਿਹੜਾ ਇੰਨੀ ਮਲੀਨਤਾ ਵਾਲਾ ਸੀ। ਹੁਣ ਸਾਕਤ ਦਾ ਲੜੀਵਾਰ ਵਿਚਾਰ ਦੇ ਅੰਤਰਗਤ ਆਪ ਜੀ ਦੇ ਨਾਲ ਜ਼ਿਕਰ ਕੀਤਾ ਸੀ ਕਿ ਜਿਹੜਾ ਜੀਵਨ ਦੀ ਹਰ ਤਰ੍ਹਾਂ ਦੀ ਮੈਲ ਦੇ ਵਿੱਚ ਖੁੱਭਿਆ ਹੋਇਆ ਹੈ, ਜਿਹੜਾ ਕਾਮ ਦੀ ਮੈਲ ਦੇ ਵਿੱਚ ਪੂਰੀ ਤਰ੍ਹਾਂ ਗਰਕ ਹੈ, ਲੋਭ ਦੀ ਬਿਰਤੀ ਜਿਹਦੀ ਹਰ ਵੇਲੇ ਮਗਦੀ ਰਹਿੰਦੀ ਹੈ, ਇਸੇ ਪ੍ਰਕਾਰ ਅਹੰਕਾਰ, ਕ੍ਰੋਧ ਦੀਆਂ ਬਿਰਤੀਆਂ ਜਿਹੜੀਆਂ ਉਹਨੂੰ, ਹੁਣ ਦੇਖੋ
ਹੁਣ ਅਸੀਂ ਸਾਕਤ ਦੀ ਗੱਲ ਕਰ ਰਹੇ ਹਾਂ ਅਤੇ ਇਸ ਨੁਕਤੇ ਨੂੰ ਵਿਕਾਰਾਂ ਦੇ ਨੁਕਤੇ ਤੋਂ ਵਾਚ ਲਈਏ। ਇਸੇ ਪ੍ਰਕਾਰ ਜਦੋਂ ਕ੍ਰੋਧ ਦੀ ਬਿਰਤੀ ਜਾਗਦੀ ਹੈ ਤਾਂ ਉਹ ਮਨੁੱਖ ਨੂੰ ਹੈਵਾਨ ਬਣਾ ਦਿੰਦੀ ਹੈ। ਇਸੇ ਪ੍ਰਕਾਰ ਹੋਰ ਜਦ ਬਿਰਤੀਆਂ ਮਨੁੱਖ ਦੀ ਸੁਰਤ ਅਤੇ ਮਨ 'ਤੇ ਭਾਰੂ ਹੋ ਜਾਂਦੀਆਂ ਨੇ, ਉਹਦੇ ਜੀਵਨ ਦੀ ਅਸਲ ਦਸ਼ਾ ਨੂੰ ਵਿਗਾੜ ਦਿੰਦੀਆਂ ਨੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਸਾਕਤ ਬਪੁਰਾ ਮਰ ਗਿਆ, ਕਿ ਮਰਨਾ ਦਾ ਜਿਹੜਾ ਜੀਵਨ ਖਤਮ ਹੋਣ ਦਾ ਸਿਲਸਿਲਾ ਤਾਂ ਇੱਕੋ ਜਿਹਾ ਹੈ, ਪਰ ਇੱਕ ਦਾ ਜਿਹੜਾ ਮਰਨਾ ਹੈ ਉਹ ਫਿਰ ਵੀ ਭਲੇ ਵਾਲਾ ਹੈ। ਇਸ ਕਰਕੇ ਪਸ਼ੂ ਦੇ ਹੱਡ, ਉਹਦਾ ਚਮੜਾ ਕਿਤਨਾ ਕੁਝ ਕੰਮ ਆਉਂਦਾ ਹੈ। ਹੁਣ ਮਨੁੱਖ ਕਹੇਗਾ ਕਿ ਅੱਜ ਕੱਲ੍ਹ ਵਰਤਮਾਨ ਦੇ ਵਿੱਚ ਜਿਹੜਾ ਹੈ ਮਨੁੱਖੀ ਸਰੀਰ ਵੀ ਪ੍ਰਯੋਜਨ ਵਿੱਚ ਆ ਜਾਂਦਾ ਥੋੜ੍ਹਾ ਬਹੁਤ, ਪਰ ਇਸ ਤੋਂ ਅਗਲੀ ਗੱਲ ਹੈ ਕਿ ਜੇ ਤੇਰੇ ਸਰੀਰ ਤੇਰਾ ਵੀ ਤਾਂ ਕੰਮ ਆ ਗਿਆ ਤਾਂ ਫਿਰ ਵੀ ਤੂੰ ਪਸ਼ੂ ਤੋਂ ਅੱਗੋਂ ਨਹੀਂ ਲੰਘ ਸਕੇਂਗਾ। ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖਾਂ ਦੇ ਸਰੀਰ ਦੇ ਕੁਝ ਹਿੱਸੇ ਪ੍ਰਯੋਗ ਵਿੱਚ ਆ ਜਾਂਦੇ ਨੇ, ਜੇ ਆ ਵੀ ਜਾਂਦੇ ਨੇ ਤੇ ਤਾਂ ਵੀ ਪਸ਼ੂ ਤੋਂ ਅੱਗੇ ਨਹੀਂ ਲੰਘ ਸਕਣਗੇ, ਕਿਉਂਕਿ ਪਸ਼ੂ ਨੇ ਕੁੱਲ ਜੀਵਨ ਦੇ ਵਿੱਚ ਜਿੰਨਾ ਇਸ ਲਾਭ ਪਹੁੰਚਾਏ ਨੇ ਉਨੇ ਮਨੁੱਖ ਨਹੀਂ ਪਹੁੰਚਾਉਂਦਾ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਨਾ ਲੇਹੈ ਨਾਉ। ਤਾਂ ਕਰਕੇ ਸਾਨੂੰ ਗੁਰਬਾਣੀ ਵਿੱਚ ਕਿਹਾ ਜਾਂਦਾ ਕਿ ਆਪਣੇ ਜੀਵਨ ਨੂੰ ਗੁਣਾਂ ਦੀ ਰਾਸ ਦੇ ਨਾਲ ਭਰਪੂਰ ਕਰੋ, ਦਇਆ ਦਾ ਗੁਣ ਆਪਣੇ ਅੰਦਰ ਓਤ-ਪੋਤ ਕਰੋ, ਖਿਮਾ ਦੇ ਗੁਣ ਨੂੰ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਗਹਿਰੀ ਥਾਂ ਦਿਓ, ਸਹਿਣਸ਼ੀਲਤਾ ਦਾ ਆਲਮ ਆਪਣੇ ਮਨ ਬੁੱਧ ਸੁਰਤ 'ਤੇ ਧਾਰਨ ਕਰੋ, ਵੈਰਾਗ ਦੇ ਗੁਣਾਂ ਸਹਿਤ ਸੰਸਾਰ ਦੀ ਪਦਾਰਥਕ ਅਤੇ ਜਿਹੜੀ ਵਿਕਾਰੀ ਪਕੜ ਹੈ ਉਸ ਨੂੰ ਘਟਾਉਣ ਦਾ ਯਤਨ ਕਰੋ, ਤਾਂ ਮਨੁੱਖ ਵਾਲੀ ਉੱਚਤਾ ਬਣੀ ਰਹੇਗੀ। ਇਸ ਕਰਕੇ ਸਾਨੂੰ ਰੋਜ਼ਾਨਾ ਗੁਰਬਾਣੀ ਦੇ ਸਤਿਗੁਰੂ ਸਾਹਿਬ ਜੀ ਚੇਤੰਨ ਕਰਦੇ ਹਨ, ਜਪ ਤਪ ਸੰਜਮ ਧਰਮ ਨਾ ਕਮਾਇਆ। ਇਸੇ ਪ੍ਰਕਾਰ ਹੁਣ ਇਸ ਨੁਕਤੇ ਤੋਂ ਵਾਚ ਲਈਏ ਤਾਂ ਪਸ਼ੂਆਂ ਦੇ ਵਿੱਚ ਹਰੇਕ ਚੀਜ਼ ਦਾ ਸੰਜਮ ਹੋ ਜਾਂਦਾ ਹੈ। ਪਸ਼ੂ ਜਦੋਂ ਚਾਰੇ ਨਾਲ ਰੱਜ ਜਾਵੇ ਤਾਂ ਉਹ ਆਪਣੀ ਖੁਰਲੀ ਤੋਂ ਹਟ ਜਾਂਦਾ ਹੈ। ਮਨੁੱਖ ਬੜੇ ਪਦਾਰਥ ਪ੍ਰਾਪਤ ਹੋਣ ਤੋਂ ਬਾਅਦ ਪੇਟ ਵੀ ਭਰ ਗਿਆ ਹੈ, ਸਾਰੇ ਤਰੀਕਿਆਂ ਨਾਲ ਤ੍ਰਿਪਤ ਹੋ ਗਿਆ ਹੈ, ਪਰ ਫਿਰ ਵੀ ਤ੍ਰਿਸ਼ਨਾ ਬਣੀ ਰਹਿੰਦੀ ਹੈ। ਇਸੇ ਪ੍ਰਕਾਰ ਔਲਾਦ ਨਿਰਮਿਤ ਕਰਕੇ ਪਸ਼ੂ ਇੱਕ ਦੂਜੇ ਤੋਂ ਦੂਰ ਚਲੇ ਜਾਂਦੇ ਨੇ। ਜਿਹੜਾ ਪੈਦਾ ਕਰਨ ਵਾਲਾ ਪਸ਼ੂ ਕਿਤੇ ਹੈ, ਉਹਦੇ ਤੋਂ ਪੈਦਾ ਹੋਇਆ ਪਸ਼ੂ ਕਿਤੇ ਹੈ, ਉਹਨਾਂ ਦੇ ਮੋਹ ਦਾ, ਉਹਨਾਂ ਦੇ ਹੋਰ ਕਿਸੇ ਸੰਬੰਧ ਦਾ ਜੋ ਕੋਈ ਵਾਸਨਾ ਦਾ ਕਾਰਨ ਬਾਕੀ ਨਹੀਂ ਰਹਿੰਦਾ। ਪਰ ਜਿਹੜਾ ਮਨੁੱਖ ਹੈ ਉਹ ਇਨ੍ਹਾਂ ਸੰਬੰਧਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਮਰਜ਼ਾਦਾ ਵਾਲੇ ਨੇਮ ਨੂੰ ਪੂਰਾ ਕਰਕੇ ਫਿਰ ਉਹਨਾਂ ਦੀ ਵਾਸਨਾ ਦੇ ਵਿੱਚ ਲਿਪਤ ਰਹਿੰਦਾ। ਇਸ ਕਰਕੇ ਕਰਤੂਤ ਪਸ਼ੂ ਕੀ ਮਾਨਸ ਜਾਤ। ਇਸੇ ਪ੍ਰਕਾਰ ਪਦਾਰਥ ਜਿਹੜਾ ਪਸ਼ੂ ਹੈ ਉਹ ਜਿਤਨਾ ਕੁਝ ਪੈਦਾ ਕਰਦਾ ਉਹਦੀ ਪਕੜ ਨਹੀਂ ਪੈਦਾ ਕਰਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਇੱਕ ਕਿਸਾਨ ਪਸ਼ੂ ਨੂੰ ਚਾਰਾ ਉਹਦੀ ਸੰਭਾਲ ਕਰਦਾ ਹੈ ਅਤੇ ਉਹਦੇ ਤੋਂ ਬਾਅਦ ਜਿਹੜੇ ਪਦਾਰਥ ਪ੍ਰਾਪਤ ਹੁੰਦੇ ਨੇ, ਪਸ਼ੂ ਉਹਦੇ ਪ੍ਰਤੀ ਕਦੀ ਉਜਰਤ ਰਾਜ ਨਹੀਂ ਕਰਦਾ ਜਾਂ ਕਦੀ ਉਹਦਾ ਦਾਅਵਾ ਨਹੀਂ ਕਰਦਾ। ਪਰ ਮਨੁੱਖ ਸਵਾਸਾਂ ਦੀ, ਰਿਜ਼ਕ ਦੀਆਂ ਹੋਰ ਤਮਾਮ ਬਖਸ਼ਿਸ਼ਾਂ ਨੂੰ ਮਾਣ ਕੇ ਜੇ ਕੋਈ ਚੰਗਾ ਪੈਦਾ ਵੀ ਕਰ ਲੈਂਦਾ ਹੈ ਅਤੇ ਉਹਨੂੰ ਵੀ ਆਪਣਾ ਨਿੱਜ ਹੀ ਮੰਨ ਕੇ ਚੱਲਦਾ ਹੈ। ਤਾਂ ਕਰਕੇ ਕਿਹਾ ਜਾਂਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਉਪਚਾਰਾ ਕਰੇ। ਹੁਣ ਪਸ਼ੂ ਤਲ ਦਾ ਜੀਵਨ ਜਿਹੜਾ ਨਿਮਨ ਹੈ, ਜਿਵੇਂ ਆਰੰਭ ਵਿੱਚ ਜ਼ਿਕਰ ਕੀਤਾ ਸੀ ਕਿ ਪਸ਼ੂ ਦਾ ਅਰਥ ਰੁਕਿਆ ਹੋਇਆ ਹੈ। ਇਸ ਕਰਕੇ ਜਿਹੜਾ ਅਸੀਂ ਪ੍ਰਚਲਿਤ ਨੁਕਤੇ ਤੋਂ ਜੀਵਨ ਜਿਉਂਦੇ ਹਾਂ, ਪ੍ਰਚਲਿਤ ਦਾ ਮਤਲਬ ਕਿ ਜਿਹੜੇ ਅਸੀਂ ਦ੍ਰਿਸ਼ਟੀਕੋਣ ਜ਼ਿੰਦਗੀ ਦੇ ਵਿੱਚ ਮੰਨੇ ਨੇ, ਪੜ੍ਹਾਈ, ਨੌਕਰੀ, ਸੁੱਖ ਸੰਪਦਾ, ਬਸ ਇਹ ਹੈ। ਇੰਨਾ ਕੁ ਜਿਹੜਾ ਇਹ ਵੀ ਪਸ਼ੂ ਤਲ ਦਾ ਹੀ ਜੀਵਨ ਹੈ ਕਿ ਜਿਹਦੇ ਵਿੱਚ ਅੱਜ ਦੁਨੀਆ ਦੇ ਵਿੱਚ ਧਰਮ ਕਿਉਂ ਨਹੀਂ ਜ਼ਿਆਦਾ ਫੈਲ ਰਿਹਾ ਕਿ ਮਨੁੱਖ ਨਿੱਜਵਾਦੀ ਹੋਈ ਜਾ ਰਿਹਾ ਹੈ। ਨਿੱਜਵਾਦੀ ਤੋਂ ਬਾਅਦ ਉਹ ਮਟੀਰੀਅਲਿਸਟਿਕ ਹੋਈ ਜਾ ਰਿਹਾ ਹੈ। ਉਹਨੂੰ ਇਹ ਹੀ ਨਹੀਂ ਵੀ ਕਿਸੇ ਵੀ ਤਰੀਕੇ ਨਾਲ, ਕਿਉਂਕਿ ਇੱਕ ਖਾਸੀਅਤ ਹਰੇਕ ਮਨੁੱਖ ਦੇ ਕਿਸੇ ਨਾ ਕਿਸੇ ਪੱਖ ਤੋਂ ਹੁੰਦੀ ਹੈ। ਉਹ ਵੇਖੋ ਹੁਣ ਅਸੀਂ ਅਧਿਆਤਮਿਕ ਕਿਵੇਂ ਹੋਣਾ, ਇਸ ਗੱਲ ਦਾ ਮਾਲਕ ਨੇ ਸ੍ਰਿਸ਼ਟ ਸਾਜੀ ਹੈ। ਇਸ ਸ੍ਰਿਸ਼ਟ ਦੇ ਵਿੱਚ ਧਰਤੀ ਦਾ ਕੋਈ ਗੁਣ ਨਹੀਂ ਪ੍ਰਗਟ ਹੁੰਦਾ। ਜਿਹੜੀ ਸ੍ਰਿਸ਼ਟੀ ਹੈ, ਮਿੱਟੀ, ਉਹਦਾ ਕੋਈ ਗੁਣ ਨਹੀਂ ਸਾਨੂੰ ਪਤਾ ਲੱਗਦਾ। ਪਰ ਜਦੋਂ ਹੀ ਕੋਈ ਅਸੀਂ ਬੀਜ ਬੋਂਦੇ ਹਾਂ ਉਹ 10 ਗੁਣਾ ਹੋ ਕੇ ਫੁੱਲਦਾ ਹੈ। ਇਸੇ ਕਰਕੇ ਅਧਿਆਤਮ ਦੇ ਵਿੱਚ ਕਿਹਾ ਜਾਂਦਾ ਕਿ ਆਪਣੇ ਜੀਵਨ ਦੇ ਵਿੱਚ ਦਇਆ ਖਿਮਾ ਦੇ ਗੁਣ ਇਸ ਤਰ੍ਹਾਂ ਧਾਰਨ ਕਰੋ ਕਿ ਉਹ ਇੰਨੇ ਜ਼ਿਆਦਾ ਪ੍ਰਫੁੱਲਤ ਹੋਣ ਕਿ ਉਹਦੇ ਨਾਲ ਮਨੁੱਖਤਾ ਜਿਹੜੀ ਹੈ ਕਿਸੇ ਸੱਭਿਅਤਾ ਵਾਲੇ ਪਾਸੇ ਵਧੇ। ਹੁਣ ਜਿਵੇਂ ਸੱਭਿਅਤਾ ਸ਼ਬਦ ਹੈ, ਜਿਹਨੂੰ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਵਿੱਚ ਕਿਹਾ ਜਾਂਦਾ ਜਿਨ੍ਹਾਂ ਨੂੰ ਉੱਠਣ ਬਹਿਣ ਦੀ ਜਾਚ ਹੈ। ਪਰ ਇਹ ਸ਼ਬਦ ਫਿਲਾਸਫੀ ਦੇ ਵਿੱਚੋਂ ਨਿਕਲਿਆ ਹੋਇਆ ਹੈ। ਇਹਦੇ ਵਿੱਚ ਹੈ ਕਿ ਜਿਹਨੂੰ ਆਪਣੇ ਮਨ ਦਾ ਸੰਪੂਰਨ ਗਿਆਨ ਹੈ ਅਤੇ ਜਿਹਨੂੰ ਆਪਣੇ ਜੀਵਨ ਦੀਆਂ ਸੰਪੂਰਨ ਸੰਭਾਵਨਾਵਾਂ ਨੂੰ ਵਿਕਸਿਤ ਕਰਨਾ ਆਉਂਦਾ ਹੈ, ਉਹਨੂੰ ਸਿਵਲਾਈਜ਼ਡ ਮੈਨ ਕਿਹਾ ਜਾਂਦਾ ਹੈ।
ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਕੁਤ ਬਪੁਰਾ ਮਰ ਗਿਆ ਕੋਏ ਨਾ ਲਿਹੈ ਨਾਉ। ਇੱਕ ਪਸ਼ੂ ਦੇ ਜਿਉਣ ਨਾਲ, ਉਹਦੇ ਮਰਨ ਦੇ ਨਾਲ ਧਰਤੀ ਦਾ ਵੱਧ ਭਲਾ ਹੋਇਆ ਹੈ, ਪਰ ਇੱਕ ਮਨੁੱਖ ਦੇ ਰਹਿਣ ਨਾਲ, ਉਹਦੇ ਜਾਣ ਦੇ ਨਾਲ ਵੀ ਧਰਤੀ ਦਾ ਕੋਈ ਖਾਸ ਭਲਾ ਨਹੀਂ ਹੋਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਹ ਸਾਕੁਤ ਬਪੁਰਾ ਮਰ ਗਿਆ। ਹੁਣ ਧਰਮ ਨੂੰ ਕਿਉਂ ਕਿਹਾ ਜਾਂਦਾ ਕਿ ਧਰਮ ਦੇ ਨਾਲ ਜੁੜੋ? ਕਿਉਂਕਿ ਮਨੁੱਖ ਦੇ ਅੰਦਰ ਜਿਹੜੀ ਇਨਸਾਨੀਅਤ ਹੋਣ ਦੀ ਹੋਂਦ ਹੈ, ਉਹਨੂੰ ਧਰਮ ਜਗਾਉਂਦਾ ਹੈ। ਜਿੰਨੀ ਵੀ ਅੱਜ ਦੁਨਿਆਵੀ ਵਿੱਦਿਆ ਦਾ ਪੈਟਰਨ ਹੈ, ਕਿਸੇ ਭਾਵੇਂ ਸੋਸ਼ੋਲੋਜੀ ਪੜ੍ਹ ਲਓ, ਭਾਵੇਂ ਫਿਲਾਸਫੀ ਪੜ੍ਹ ਲਓ, ਭਾਵੇਂ ਐਥਿਕਸ ਦੀਆਂ ਬ੍ਰਾਂਚਾਂ ਪੜ੍ਹ ਲਓ, ਸੋਸ਼ਲ ਸਾਇੰਸ ਪੜ੍ਹ ਲਓ, ਕਿਤੇ ਦਇਆ ਦੇ ਕੰਸੈਪਟ ਬਾਰੇ ਲਿਖਿਆ ਨਹੀਂ ਮਿਲਦਾ। ਉਹਨੂੰ ਇੱਕ ਮਨੁੱਖੀ ਗੁਣ ਦੱਸਿਆ ਜਾ ਸਕਦਾ ਹੈ, ਪਰ ਉਹ 'ਚ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹਦੇ ਕਮਾਉਣ ਦੇ ਨਾਲ ਤੁਹਾਡੀ ਵੱਡੀ ਇਨਸਾਨੀ ਹੋਂਦ ਪ੍ਰਗਟ ਹੋਏਗੀ। ਇਹ ਕਿਸੇ ਵਿਸ਼ੇ 'ਚ ਨਹੀਂ ਮਿਲਦਾ। ਇਸ ਕਰਕੇ ਜਦੋਂ ਧਰਮ ਦੇ ਨਾਲ ਜੁੜਦਾ ਹੈ ਬੰਦਾ, ਅਤੇ ਉਹਨੂੰ ਦੱਸਿਆ ਜਾਂਦਾ ਹੈ ਕਿ ਤੇਰਾ ਜਿਹੜਾ ਜੀਵਨ ਹੈ ਕਿਸੇ ਛੋਟੇ ਅਰਥਾਂ ਦੇ ਲਈ ਧਰਤੀ 'ਤੇ ਪੈਦਾ ਨਹੀਂ ਹੋਇਆ, ਕਿ ਤੇਰੇ ਨਾਲੋਂ ਵੱਧ ਅਰਥਾਂ ਦੀ ਪੂਰਤੀ ਜੇ ਪਸ਼ੂ ਕਰੀ ਜਾ ਰਹੇ ਨੇ, ਤਾਂ ਫਿਰ ਤੇਰਾ ਸੋਚਣਾ ਬਣਦਾ ਕਿ ਤੂੰ ਪਸ਼ੂ ਨਾਲੋਂ ਕਿਵੇਂ ਉੱਤਮ ਹੈ। ਜੇ ਤੈਨੂੰ ਗੁਰਬਾਣੀ 'ਚ ਉੱਤਮ ਕਿਹਾ ਗਿਆ ਹੈ ਤਾਂ ਉਹ ਕਿਵੇਂ ਹੈ? ਹੁਣ ਜੇ ਅਸੀਂ ਕੁਝ ਨੁਕਤਿਆਂ ਤੋਂ ਪਸ਼ੂਆਂ ਦੇ ਗੁਣ ਵਾਚੀਏ, ਜਿਹੜੇ ਕੂਕਰ ਆਦਿਕ ਹਨ, ਉਹਨਾਂ ਨੂੰ ਕਈ ਵਾਰੀ ਅਵਾਰਾ ਕੂਕਰਾਂ ਨੂੰ ਕੋਈ ਖਾਸ ਵਸਤ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੇ ਸਰੀਰਕ ਲੋੜਾਂ ਦੀ ਪੂਰਤੀ ਵੀ ਨਹੀਂ ਹੁੰਦੀ, ਪਰ ਰਾਤ ਸਮੇਂ ਜਿਸ ਮੁਹੱਲੇ ਵਿੱਚ ਰਹਿ ਰਹੇ ਹੁੰਦੇ ਨੇ, ਕੋਈ ਕਿਸੇ ਤਰ੍ਹਾਂ ਦੀ ਹਰਕਤ ਹੋਵੇ ਤਾਂ ਆਪਣੀ ਵਫਾਦਾਰੀ ਦਾ ਕਰਮ ਫਿਰ ਵੀ ਜ਼ਾਹਰ ਕਰ ਦਿੰਦੇ ਨੇ। ਇਸੇ ਪ੍ਰਕਾਰ ਸੂਰ ਆਦਿਕ ਹੈ, ਗੰਦਗੀ ਗ੍ਰਹਿਣ ਆਪਣੀ, ਭਾਵੇਂ ਉਹਦੀ ਖੁਰਾਕ ਹੀ ਹੈ, ਉਹਦੇ ਜੀਵਨ ਦੀ ਉਹ ਗੰਦਗੀ ਖੁਰਾਕ ਹੀ ਹੈ, ਪਰ ਉਹਦੀ ਖੁਰਾਕ ਦੇ ਨਾਲ ਵੀ ਤਾਂ ਭਲਾ ਹੋ ਰਿਹਾ ਹੈ। ਇਸੇ ਪ੍ਰਕਾਰ ਗਧੇ ਵਰਗਾ ਜਾਨਵਰ ਹੈ, ਉਹ ਜੋ ਆਗਿਆਕਾਰੀ ਕਿੰਨੀ ਹੈ। ਇੱਕ ਵਾਰੀ ਉਹਦਾ ਮਾਲਕ ਵਸਤ ਭਾਰ ਲੱਦ ਕੇ ਇੱਕ ਵਾਰੀ ਰਾਹ ਦਿਖਾ ਦਿੰਦਾ ਹੈ, ਸਾਰਾ ਦਿਨ ਉਵੇਂ ਚੱਲਦਾ ਰਹਿੰਦਾ ਹੈ। ਇਸੇ ਪ੍ਰਕਾਰ ਜਿਵੇਂ ਗੁਰਬਾਣੀ 'ਚ ਸਹਿਸਕ੍ਰਿਤੀ ਬਾਣੀ 'ਚ ਆਪ ਜੀ ਨੇ ਵਾਕ ਸ਼ਰਵਣ ਕੀਤੇ ਨਾ, ਗੁਰਮੰਤਰਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਟਣਹਿ ਕੂਕਰਹਿ ਸੂਕਰਹਿ ਗਰਦਬਹਿ ਕਾਕਹਿ ਸਰਪਨਹਿ ਤੁਲ ਖਲਹਿ। ਕਿ ਜਿਹਨੇ ਗੁਰੂ ਸ਼ਬਦ ਦਾ ਅਭਿਆਸ ਨਹੀਂ ਕੀਤਾ, ਉਹ ਇਹਨਾਂ ਜੂਨਾਂ ਨੂੰ, ਜਿਨ੍ਹਾਂ ਨੂੰ ਨਿਮਨ ਕਿਹਾ ਜਾਂਦਾ ਹੈ, ਉਹਨਾਂ ਤੋਂ ਵੀ ਮਾੜਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ ਹਨ, ਉਹ ਸਾਕਤ ਬਪੁਰਾ ਮਰ ਗਿਆ। ਇਸ ਸ਼ਲੋਕ ਦਾ ਭਾਵ ਇਹ ਹੈ ਕਿ ਜੇ ਅਸੀਂ ਮਨੁੱਖ ਹਾਂ ਅਤੇ ਧਰਮ ਦੇ ਸਦਗੁਣਾਂ ਨੂੰ ਧਾਰਨ ਕਰਕੇ, ਗੁਰੂ ਦੀ ਸ਼ਬਦ ਦੀ ਸਾਧਨਾ ਨੂੰ ਕਰਕੇ, ਆਪਣੀ ਚੇਤਨਾ ਦਾ ਵਿਕਾਸ ਕਰਕੇ, ਅਤੇ ਸਾਡਾ ਜੀਵਨ ਪਸ਼ੂ ਦੀ ਹੋਂਦ ਤੋਂ ਅੱਗੇ ਜਾ ਕੇ ਕਈ ਗੁਣਾਂ ਦੇ ਸਹਿਤ ਇਸ ਧਰਤੀ ਦਾ ਕਲਿਆਣ ਕਰੇ। ਕਿਉਂਕਿ ਅਸੀਂ ਉਸ ਮਾਲਕ ਦੇ ਇੱਕ ਨਿੱਕੇ ਜਿਹੇ ਕਰਤੇ ਹਾਂ, ਸਭ ਤੋਂ ਪ੍ਰਮੁੱਖ ਕਰਤਾ ਉਹ, ਅਤੇ ਇਸ ਸ੍ਰਿਸ਼ਟ ਦੇ ਨੇਮ ਨੂੰ ਸਾਨੂੰ ਕਰਤੇ ਬਣਾਇਆ ਗਿਆ, ਅਤੇ ਇਸ ਕਰਤੇ ਬਣਾਉਣ ਦੇ ਲਈ ਉਹਨੇ ਸਾਨੂੰ ਬੁੱਧ ਦੀ ਨਿਵਾਜਿਸ਼ ਕੀਤੀ ਹੈ, ਅਤੇ ਉਸ ਬੁੱਧ ਦੀ ਕਾੜਤ, ਉਹਦੇ ਵਿੱਚ ਗੁਣਾਂ ਦਾ ਵਾਸ ਹੀ ਸਾਨੂੰ ਸਹੀ ਅਰਥਾਂ ਦੇ ਵਿੱਚ ਮਨੁੱਖ ਦੇ ਅਰਥ ਉੱਪਰ ਆਸੀਨ ਕਰ ਸਕਦਾ ਹੈ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਖ ਕਰੋੜ। ਹੁਣ ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਮਨੁੱਖ ਦੀ ਬਿਰਤੀ ਦੀ, ਮਨੁੱਖ ਦੀ ਇੱਕ ਫਿਤਰਤ ਦੀ। ਹੁਣ ਦੁਨੀਆ ਦਾ ਬਹੁਤ ਸਾਰੇ ਮਨੁੱਖ ਹਨ, ਕਿਸੇ ਨਾ ਕਿਸੇ ਪੱਖ ਤੋਂ ਉਹਨਾਂ ਦੀ ਜੋੜਨ ਦੀ, ਵਧਾਉਣ ਦੀ, ਅਤੇ ਉਹਨੂੰ ਆਪਣੇ ਤੱਕ ਸੀਮਤ ਰੱਖਣ ਦੀ ਪ੍ਰਵਿਰਤੀ ਹੈ। ਪਰ ਸਾਨੂੰ ਸ੍ਰਿਸ਼ਟੀ ਦਾ ਨੇਮ ਸਿਖਾਉਂਦਾ ਹੈ, ਗੁਰਬਾਣੀ 'ਚ ਵਾਕ ਆਉਂਦੇ ਨੇ, ਇਹ ਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਏ। ਜਿਸ ਮਾਲਕ ਨੇ ਸਾਰੀ ਸ੍ਰਿਸ਼ਟ ਸਾਜੀ, ਉਹ ਅਨੰਤ ਜੀਵਾਂ ਨੂੰ ਰਿਜ਼ਕ ਦਾਨ ਦੇ ਰਿਹਾ ਹੈ, ਅਨੰਤ ਜੀਵਾਂ ਨੂੰ ਗਿਆਨ ਦਾ ਦਾਨ ਦੇ ਰਿਹਾ, ਜੀਵਨ ਦੀਆਂ ਹੋਰ ਜਿਤਨੀਆਂ ਸਹੂਲਤਾਂ ਆਦਿਕ ਨੇ ਸਾਰੀਆਂ ਬਖਸ਼ਿਸ਼ ਰੂਪ ਦੇ ਵਿੱਚ ਦੇ ਰਿਹਾ, ਪਰ ਕਦੀ ਉਹ ਚਿਤਾਰਦਾ ਨਹੀਂ ਜਾਂ ਉਹਦੇ ਘੱਟ ਵੱਧ ਹੋਣ ਦਾ ਜ਼ਿਕਰ ਨਹੀਂ ਕਰਦਾ। ਮਨੁੱਖ ਦੇ ਪਾਸ ਕਿਸੇ ਗੱਲ ਦੀ ਥੋੜ੍ਹੀ ਸੀਮਾ ਵਧਣ ਲੱਗ ਪਵੇ, ਉਹ ਉਸ ਦਾ ਦੂਜਾ ਯਤਨ ਆਰੰਭ ਕਰ ਦਿੰਦਾ ਕਿ ਮੇਰੇ ਤੱਕ ਸੀਮਤ ਰਹਿ ਜਾਣੀ ਚਾਹੀਦੀ ਹੈ। ਕਦੇ ਪੰਛੀਆਂ ਦਾ ਜੀਵਨ ਦੇਖੀਏ, ਅਤੇ ਪੰਛੀਆਂ ਨੂੰ ਕਿਤੇ ਰਿਜ਼ਕ ਪ੍ਰਾਪਤ ਹੋ ਜਾਵੇ ਨਾ, ਕਿਸੇ ਇੱਕ ਨੂੰ ਪਤਾ ਲੱਗ ਜਾਏ ਕਿ ਫਲਾਣੇ ਥਾਂ ਦਾਣੇ ਬਹੁਤ ਪਏ ਨੇ, ਉਹ ਆਪ ਬਾਅਦ 'ਚ ਖਾਂਦਾ ਹੈ, ਦੂਜਿਆਂ ਨੂੰ ਆਵਾਜ਼ ਦੇ ਕੇ ਪਹਿਲਾਂ ਬੁਲਾ ਲਿਆਉਂਦਾ ਕਿ ਉੱਥੇ ਭਰਪੂਰ ਦਾਣਾ ਪ੍ਰਾਪਤ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੌਡੀ ਕੌਡੀ ਜੋਰ ਕੈ। ਸਭ ਤੋਂ ਪਹਿਲਾਂ ਗੱਲ ਹੈ ਕਿ ਇਹ ਗੱਲ ਜੀਵਨ ਦੇ ਵਿੱਚ ਦ੍ਰਿੜ ਰੱਖਣੀ ਚਾਹੀਦੀ ਹੈ, ਜਿੰਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ। ਕਿ ਸੰਚਣਾ ਕੀ ਹੈ? ਗੁਰਬਾਣੀ 'ਚ ਵਾਕ ਆਉਂਦਾ, ਐਸੀ ਸੰਚ ਜੋ ਬਿਨਸਤ ਨਾਈ। ਜਿਹੜਾ ਨਹੀਂ ਬਿਨਸਣ ਵਾਲਾ, ਧਨ ਸੰਚਿਆ ਹੈ ਧਨ ਛੁੱਟੇਗਾ। ਇੱਥੋਂ ਤੱਕ ਕਿ ਸਰੀਰ ਜਿਹੜਾ ਆਕਾਰ ਰੂਪ ਦੇ ਵਿੱਚ ਮਿਲਿਆ ਸੀ,
ਇਹ ਵੀ ਛੁੱਟੇਗਾ। ਫਿਰ ਅਧਿਆਤਮ ਤਾਂ ਹੀ ਸ਼੍ਰੇਸ਼ਟ ਹੈ ਕਿ ਉਹ ਸੰਚ ਜਿਹਨੂੰ ਸੰਚਦਿਆਂ ਸਕੂਨ ਵੀ ਮਿਲੇ ਅਤੇ ਜਿਹਦੇ ਸੰਚਣ ਤੋਂ ਬਾਅਦ ਮਨੁੱਖ ਦਾ ਜਿਹੜਾ ਜੀਵਨ ਦਾ ਕੋਈ ਅਰਥ ਵੀ ਪੂਰਾ ਹੁੰਦਾ ਜਾਵੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਬੀਰ ਕੌਡੀ ਕੌਡੀ ਜੋਰ ਕੈ। ਹੁਣ ਜਦੋਂ ਕੌਡੀ ਕੌਡੀ ਸ਼ਬਦ ਕਿਹਾ ਨਾ, ਤਾਂ ਇਹ ਮਨੁੱਖ ਦੀ ਮਨੋਵਿਗਿਆਨਕ ਸਥਿਤੀ ਦਾ ਪ੍ਰਗਟਾਵਾ ਹੈ ਕਿ ਕਈ ਵਾਰੀ ਮਨੁੱਖ ਇੰਨੇ ਜ਼ਿਆਦਾ ਜੋੜਨ ਦੀ ਪ੍ਰਵਿਰਤੀ ਵਿੱਚ ਚਲੇ ਜਾਂਦੇ ਨੇ ਕਿ ਜੀਵਨ ਦੀਆਂ ਜਿਹੜੀਆਂ ਆਮ ਸਰੀਰਕ ਲੋੜਾਂ ਨੇ ਇੱਕ ਦਿਨ ਦੀਆਂ, ਉਹਨਾਂ ਤੋਂ ਵੀ ਕਿਨਾਰਾ ਕਰ ਲੈਂਦੇ ਨੇ। ਜਿਵੇਂ ਭੋਜਨ ਸਮੇਂ ਸਿਰ ਖਾਣਾ ਜਾਂ ਕਿਸ ਤਰ੍ਹਾਂ ਦਾ ਕੁਝ ਖਾਣਾ ਪੀਣਾ ਪਹਿਨਣਾ ਹੈ, ਉਹਨੂੰ ਵੀ ਦਰਕਿਨਾਰ ਕਰ ਦਿੰਦੇ ਨੇ। ਭੁੱਖ ਜਰਨਗੇ, ਜਿਹੜਾ ਸਰੀਰ ਦਾ ਨੰਗਪੁਣਾ ਵੀ ਜਰਨਗੇ, ਅਤੇ ਪਰ ਪ੍ਰਵਿਰਤੀ ਕੀ ਰੱਖਣਗੇ ਕਿ ਬਹੁਤ ਜ਼ਿਆਦਾ ਜੋੜ ਲਿਆ ਜਾਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਕੀ ਯਤਨ ਕੀਤਾ। ਇੱਕ ਤਾਂ ਹੁੰਦਾ ਨਾ ਜੋੜਨ ਦੀ ਪ੍ਰਵਿਰਤੀ ਕਿ ਬਹੁਤ ਜ਼ਿਆਦਾ ਵੱਡੀ ਰਾਸ਼ੀ ਪ੍ਰਾਪਤ ਹੋਵੇ, ਅਤੇ ਫਿਰ ਬੰਦਾ ਸੋਚਦਾ ਕਿ ਚਲੋ ਖਰਚੇ ਕੱਢ ਕੇ ਥੋੜ੍ਹਾ ਜਿਹਾ ਜੋੜ ਬਚਤ ਆਦਿ ਕਰ ਲਈਏ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਕੌਡੀ ਕੌਡੀ, ਨਿੱਕੀ ਨਿੱਕੀ ਪਾਈ ਦੇ ਉੱਪਰ ਜਿਹੜਾ ਹੈ ਮਨੁੱਖ ਯਤਨ ਕਰਦਾ ਕਿ ਇਹ ਵੀ ਕਿਸੇ ਢੰਗ ਦੇ ਨਾਲ ਨਾ ਚਲੀ ਜਾਵੇ। ਬੜੇ ਇਸ ਤਰ੍ਹਾਂ ਦੇ ਵਰਤਾਰੇ ਜ਼ਿੰਦਗੀ 'ਚ ਦੇਖੀ ਦੇ ਨੇ। ਮਨੁੱਖ ਜਦੋਂ ਲੁੱਟ ਕਰਨਗੇ ਲੱਖਾਂ ਦੀ, ਜਦੋਂ ਕਿਸੇ ਕਿਰਤੀ ਦੇ ਨਾਲ ਝਗੜਨਾ ਹੋਵੇਗਾ ਤਾਂ 10 ਤੋਂ ਲੈ ਕੇ 50 ਰੁਪਏ ਦੇ ਮਗਰ ਝਗੜ ਰਹੇ ਹੋਣਗੇ। ਅਕਸਰ ਕਿਤੇ ਬਾਜ਼ਾਰ ਦੇ ਵਿੱਚ ਗੁਜ਼ਰ ਲੈਣਾ ਤਾਂ ਦੇਖ ਲੈਣਾ, ਬੜੇ ਵਰਤਾਰੇ ਇੱਕ ਦਿਨ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਕਿ 1-2 ਰੁਪਏ ਹੱਦ 10 ਰੁਪਏ ਦੀ ਬਚਤ ਲਈ ਉਹਦੇ ਨਾਲ ਝਗੜਿਆ ਜਾ ਰਿਹਾ ਹੈ। ਕਾਹਦੇ ਕਰਕੇ ਕਿ ਇਹ ਬਚ ਜਾਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੰਜ ਕਰਕੇ ਜੋਰ ਕਹਿ ਕਿ ਮੇਰੀ ਇੱਕ ਸੰਪਦਾ ਬਣੀ ਰਹੇ। ਕਹਿੰਦੇ ਜੋਰੇ ਲੱਖ ਕਰੋੜ, ਫਿਰ ਇੰਜ ਕਰ ਕਰਕੇ ਲੱਖਾਂ ਕਰੋੜਾਂ ਤੱਕ ਗਿਣਤੀ ਪਹੁੰਚਾਈ ਹੈ। ਕਹਿੰਦੇ ਪਰ ਜ਼ਿੰਦਗੀ ਦੀ ਇਸ ਅਸਲੀਅਤ ਤੋਂ ਅਣਜਾਣ ਰਿਹਾ। ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਜਿਸ ਨੂੰ ਜੋੜਨ ਕਰਕੇ ਸਮਝਿਆ ਸੀ ਕਿ ਸ਼ਾਇਦ ਮੇਰਾ ਜੀਵਨ ਬੜਾ ਮਹੱਤਵਪੂਰਨ ਹੋ ਜਾਏਗਾ, ਪਰ ਕਹਿੰਦੇ ਉਹੀ ਸੰਚਿਆ ਨਾਲ ਨਹੀਂ ਗਿਆ। ਹੁਣ ਵੇਖੋ, ਤਾਂ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਨਾ, ਕਾਚਾ ਧਨ ਸੰਚਹਿ ਮੂਰਖ ਗਾਵਾਰ। ਕਿ ਠੀਕ ਹੈ, ਜੀਵਨ ਦੀਆਂ ਲੋੜਾਂ ਲਈ ਜਿਤਨਾ ਪ੍ਰਾਪਤ ਚਾਹੀਦਾ ਉਹਦਾ ਯਤਨ ਕਰ, ਪਰ ਇਹਦੀ ਜਿਹੜੀ ਜੋੜਨ ਦੀ ਪ੍ਰਵਿਰਤੀ ਹੈ ਉਹ ਤੇਰੇ ਅੰਦਰ ਇੱਕ ਖਾਸ ਤਰ੍ਹਾਂ ਦੀ ਮੋਹ ਨੂੰ, ਇੱਕ ਖਾਸ ਤਰ੍ਹਾਂ ਦੀ ਵਾਸ਼ਨਾ ਨੂੰ ਜਨਮ ਦੇ ਦੇਵੇਗੀ। ਅਤੇ ਮਨੁੱਖ ਹੁਣ ਦੇਖੋ ਕੌਡੀ ਕੌਡੀ ਜੋੜਨ ਦੇ ਵਿੱਚ ਸਮੱਸਿਆ ਕੀ ਹੈ। ਜਦੋਂ ਮਨੁੱਖ ਕੌਡੀ ਕੌਡੀ ਜੋੜਦਾ, ਇਹਦਾ ਮਤਲਬ ਉਹ ਉਸ ਚੀਜ਼ ਦੀ ਬੜੀ ਬਾਰੀਕੀ ਤੱਕ ਜਾ ਰਿਹਾ, ਉਹਦੀ ਛੋਟੀ ਛੋਟੀ ਇਕਾਈ ਨੂੰ ਵੀ ਬੜੀ ਅਹਿਮੀਅਤ ਦੇ ਰਿਹਾ ਹੈ। ਮਤਲਬ ਉਂਝ ਤਾਂ ਠੀਕ ਹੈ, ਜੀਵਨ ਦੇ ਵਿੱਚ ਬੜਾ ਕੁਝ ਮੋਟਾ ਮੋਟਾ ਚੱਲਦਾ ਹੈ, ਪਰ ਜਦੋਂ ਜੋੜ ਰਿਹਾ ਹੈ ਇਹਦਾ ਮਤਲਬ ਉਹਨੇ ਆਪਣਾ ਪੂਰਾ ਧਿਆਨ, ਆਪਣਾ ਪੂਰਾ ਫੋਰਸ, ਆਪਣਾ ਪੂਰਾ ਯਤਨ ਨਿੱਕੇ ਨਿੱਕੇ ਪੱਖ 'ਤੇ ਲਗਾਇਆ। ਕੋਈ ਖਰੀਦ ਕਰਨੀ ਹੈ, ਕੁਝ ਵੀ ਕਰਨੀ ਹੈ। ਮੈਂ ਹੈਰਾਨ ਕਿ ਕਈ ਦਫਾ ਐਸੇ ਵੀ ਬੰਦੇ ਦੇਖੇ ਜ਼ਿੰਦਗੀ ਦੇ ਵਿੱਚ, ਸ਼ਾਇਦ ਆਪ ਜੀ ਨੂੰ ਥੋੜ੍ਹਾ ਅਜੀਬ ਲੱਗੇ ਜਾਂ ਲੱਗੇ ਕਿ ਕਿਸੇ ਨਿਮਨ ਪੱਖ ਦੀ ਗੱਲ ਹੈ, ਪਰ ਐਸੇ ਵੀ ਦੇਖੇ ਕਿ ਸਾਰਾ ਜੀਵਨ ਦੇ ਵਿੱਚ ਜਿੰਨਾ ਲੈਣ ਦੇਣ ਕਰਦੇ ਨੇ, ਗੁਰੂ ਦੁਆਰ 'ਤੇ ਟੇਕਿਆ ਜਾਣ ਵਾਲਾ ਮੱਥਾ ਵੀ ਨਿੱਜੀ ਡਾਇਰੀ ਦੇ ਵਿੱਚ ਨੋਟ ਕਰਦੇ ਨੇ ਕਿ ਕੀਰਤਨੀਏ ਨੂੰ ਜਾਂ ਗੋਲਕ ਦੇ ਵਿੱਚ ਜਿਹੜਾ ਇਹ ਵੀ ਨੋਟ ਕਰਦੇ ਨੇ। ਇਸ ਤਰ੍ਹਾਂ ਦੀ ਬਿਰਤੀ ਵਾਲੇ ਵੀ ਬੰਦੇ ਮੈਂ ਆਪਣੇ ਜੀਵਨ 'ਚ ਦੇਖੇ ਨੇ। ਕਿਉਂਕਿ ਉਹਦਾ ਵੀ ਹਿਸਾਬ ਰੱਖਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੇ ਲੱਖ ਕਰੋੜ। ਹੁਣ ਜਿਹੜਾ ਮਨੁੱਖ ਇਸ ਪ੍ਰਵਿਰਤੀ ਨੂੰ ਬੜਾ ਧਿਆਨ ਦੇ ਰਿਹਾ ਉਹਦੇ ਤਰਫ, ਹੁਣ ਸਾਰੀ ਜ਼ਿੰਦਗੀ ਰੋਜ਼ ਇਸ ਤਰ੍ਹਾਂ ਦੇ ਮਾਨਸਿਕ ਖਿਆਲ ਉਹਦੀ ਸੁਰਤ ਉੱਪਰ ਹਨ, ਅਤੇ ਜਦੋਂ ਇੰਨਾ ਸਾਰਾ ਉਹਦੇ ਨਾਲ ਸੰਚੇਗਾ ਅਤੇ ਉਸ ਸੰਚਣ ਨੂੰ ਮੌਤ ਤੋਂ ਬਾਅਦ ਛੱਡਣਾ ਪਏਗਾ। ਸਰੀਰ ਤਾਂ ਖਤਮ ਹੋ ਗਿਆ, ਪਰ ਜਿਹੜੇ ਸਰੀਰ ਵਿੱਚ ਇੰਨੇ ਸਾਲਾਂ ਨਾਲ ਜੋੜਨ ਦਾ ਖਿਆਲ ਜੁੜਿਆ ਰਿਹਾ, ਉਹਦੀ ਵਾਸਨਾ ਤੋਂ ਮਨੁੱਖ ਕਦੋਂ ਮੁਕਤ ਹੋਏਗਾ। ਇਹੀ ਅਧਿਆਤਮ ਸਾਨੂੰ ਸਮਝਾਉਂਦਾ ਹੈ ਕਿ ਠੀਕ ਹੈ ਕਿ ਉਹ ਸਰੀਰ ਖਤਮ ਹੋ ਗਿਆ ਅਤੇ ਤੇਰੀ ਧਨ ਨਾਲੋਂ ਪਕੜ ਛੁੱਟ ਗਈ, ਪਰ ਇਸ ਸਰੀਰ ਦੇ ਅੰਦਰ ਜਿਹੜੀ ਮਨ ਕਰਕੇ ਜਾਂ ਚਿੱਤ ਕਰਕੇ ਇੰਨਾ ਸਮਾਂ ਉਹਦੀ ਵਾਸ਼ਨਾ, ਉਹਦਾ ਮੋਹ, ਉਹਦਾ ਆਕਰਸ਼ਣ ਹੰਡਾਇਆ ਹੈ, ਉਹਦੇ ਤੋਂ ਕਦੋਂ ਮੁਕਤ ਹੋਏਗਾ। ਅਤੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਹੁਣ ਲੰਗੋਟੀ ਕੀ ਹੁੰਦੀ ਹੈ, ਸ਼ਾਇਦ ਅੱਜ ਕੱਲ੍ਹ ਦਾ ਗਿਆਨ ਨਾ ਹੋਵੇ। ਪਹਿਲੇ ਸਮਿਆਂ ਦੇ ਵਿੱਚ ਲੋਕ ਜਦੋਂ ਇੱਕ ਤੋਂ ਦੂਜੀ ਥਾਂ ਜਾਂਦੇ ਸਨ, ਖਾਸ ਕਰਕੇ ਵਪਾਰੀ ਲੋਕ, ਤਾਂ ਇੱਕ ਕੱਪੜੇ ਦਾ ਲੰਬਾ ਜਿਹਾ ਨਾ ਹੁੰਦਾ ਸੀ, ਗੋਲਾਈ ਟਾਈਪ ਜਿਹਾ ਇੱਕ ਹੁੰਦਾ ਸੀ, ਉਹਦੇ ਵਿੱਚ ਉਨੀ ਕੁ ਥਾਂ ਬਣੀ ਹੁੰਦੀ ਸੀ, 1 ਰੁਪਈਏ ਆਦਿਕ ਪੈ ਜਾਂਦੇ ਸੀ, ਅਤੇ ਉਹ ਫਿਰ ਬਣਾਈ ਵੀ ਇਸ ਤਰ੍ਹਾਂ ਹੁੰਦੀ ਸੀ, ਸਾਰੇ ਲੱਕ ਨੂੰ ਪੂਰੀ ਆ ਜਾਂਦੀ ਸੀ, ਅਤੇ ਉਹ ਪਜਾਮੇ ਦੇ ਉੱਪਰ ਜੇ ਕਰਕੇ ਬੰਨ੍ਹ ਲਈ ਜਾਂਦੀ ਸੀ, ਅਤੇ ਦੇਖਣ ਵਾਲੇ ਨੂੰ ਲੱਗਦਾ ਸੀ ਕਿ ਕੱਪੜਾ ਹੀ ਹੈ, ਪਰ ਉਹਦੇ ਵਿੱਚ ਧਨ ਪਾਇਆ ਹੁੰਦਾ ਸੀ। ਤਾਂ ਇਸੇ ਪ੍ਰਕਾਰ ਉਹਨੂੰ ਤਾਂ ਬੰਨ੍ਹਦੇ ਸਨ
ਕਿ ਰਾਤ ਸਮੇਂ ਜਿੱਥੇ ਕਿਤੇ ਠਹਿਰਨਾ ਹੁੰਦਾ ਸੀ ਕਿ ਜੇ ਕੋਈ ਉਸ ਧਨ ਨੂੰ ਚਰਾਉਣ ਲੱਗੇਗਾ ਤਾਂ ਕੀ ਹੋਏਗਾ ਕਿ ਪਤਾ ਲੱਗ ਜਾਏਗਾ, ਕਿਉਂਕਿ ਲੱਕ ਦੇ ਪੂਰੀ ਖੋਲ੍ਹਣੀ ਪਏਗੀ, ਆਲੇ ਦੁਆਲੇ ਲਪੇਟੀ ਹੁੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਸੰਸਾਰ ਤੋਂ ਕੂਚ ਕਰ ਗਿਆ, ਚਲੋ ਬਾਕੀ ਤਾਂ ਧਨ ਪਰਾਂ ਸੀ, ਕਿਤੇ ਤਿਜੌਰੀ ਵਿੱਚ ਪਿਆ ਸੀ, ਪਰ ਜਿਹੜਾ ਧਨ ਦੇ ਸਰੀਰ ਦੇ ਨਾਲ ਬੱਧਾ ਸੀ ਕਹਿੰਦੇ ਉਹ ਵੀ ਖੁਲਵਾ ਲੈਂਦੇ ਹਨ। ਤਾਂ ਮਨੁੱਖ ਇਸ ਗੱਲ ਤੋਂ ਵੀ ਸਮਝ ਲਵੇ ਕਿ ਸੰਚਣਾ ਹੀ ਬੇਅਰਥ ਹੈ। ਇਸ ਕਰਕੇ ਸਾਨੂੰ ਸਾਡੀ ਵੀ ਜਿਹੜੀ ਮਾਨਸਿਕਤਾ ਹੈ ਉਹ ਕਿਸੇ ਵੀ ਨੁਕਤੇ ਤੋਂ ਨਾ ਸੰਚਣ ਦੀ ਬਣ ਜਾਂਦੀ ਹੈ। ਹੁਣ ਦੇਖੋ, ਜੇ ਧਰਤੀ ਦੇ ਵਿੱਚ ਧਰਮ ਦਾ ਨੇਮ ਦੇਖਣਾ ਹੋਵੇ, ਜਿਹੜਾ ਦਰਿਆ ਹੈ ਉਹਦਾ ਵਹਿਣ ਲਗਾਤਾਰ ਚੱਲਦਾ ਤਾਂ ਦੂਜਿਆਂ ਦਾ ਭਲਾ ਕਰਦਾ ਹੈ। ਛੱਪੜ ਕਦੀ ਨਹੀਂ ਭਲਾ ਕਰਦਾ ਜਿੰਨਾ ਦਰਿਆ ਭਲਾ ਕਰਦਾ ਹੈ, ਕਿਉਂਕਿ ਛੱਪੜ ਰੁਕ ਗਿਆ ਇੱਕ ਜਗ੍ਹਾ 'ਤੇ, ਉਹ ਇੱਕ ਖਾਸ ਜਗ੍ਹਾ ਦੇ ਵਿੱਚ ਸੀਮਾਗਤ ਹੋ ਗਿਆ, ਉਹਦੇ ਵਿੱਚ ਬੋ ਵੀ ਆਉਣ ਲੱਗ ਪਈ, ਹੋਰ ਕਈ ਗੱਲਾਂ, ਗੰਦਗੀ ਪੈਦਾ ਹੋਣ ਲੱਗ ਪਈ ਹੈ। ਪਰ ਦਰਿਆ ਦੀ ਖੂਬਸੂਰਤੀ ਕਾਹਦੇ ਕਰਕੇ ਹੈ ਕਿ ਉਹਦਾ ਵਹਿਣ ਬਣਿਆ ਰਹਿੰਦਾ ਹੈ। ਇਸੇ ਪ੍ਰਕਾਰ ਜਿਤਨਾ ਕੁਝ ਜੀਵਨ ਦੇ ਵਿੱਚ ਆਪਣੇ ਯਤਨ ਦੇ ਨਾਲ ਬਖਸ਼ਿਸ਼ ਕਰਕੇ ਪ੍ਰਾਪਤ ਬਣ ਰਿਹਾ ਹੈ, ਜੇ ਉਹਨੂੰ ਵਹਿਣ ਬਣਾਈ ਰੱਖਾਂਗੇ ਤਾਂ ਉਹ ਸਾਡੇ ਜੀਵਨ ਦਾ ਅਧਿਆਤਮਿਕ ਸਕੂਨ ਬਣੇਗਾ। ਜਦੋਂ ਸੰਚਣ ਦੀ ਪ੍ਰਵਿਰਤੀ ਹੋ ਜਾਂਦੀ ਉਰੋਂ ਮਨੁੱਖ ਰੱਬੀ ਆਦਰਸ਼ ਨੂੰ ਵਿਸਾਰ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜੋਰੇ ਲੱਖ ਕਰੋੜ। ਔਰ ਦੂਜੀ ਗੱਲ, ਜਦੋਂ ਜੋਰੇ ਲੱਖ ਕਰੋੜ ਕਿਹਾ, ਇਹਦਾ ਮਤਲਬ ਬੰਦੇ ਨੇ ਆਪਣੀ ਜ਼ਿੰਦਗੀ ਦਾ ਮਕਸਦ ਕਈ ਵਾਰੀ ਇੰਨਾ ਹੀ ਬਣਾਇਆ ਹੁੰਦਾ। ਜੀਵਨ ਦੇ ਵਿੱਚ ਕਈਆਂ ਨੇ ਮਕਸਦ ਹੀ ਬਣਾ ਲਿਆ ਹੁੰਦਾ, ਫਿਰ ਜਦੋਂ ਉਹਨੂੰ ਮਕਸਦ ਬਣਾ ਲੈਂਦੇ ਨੇ ਫਿਰ ਸਾਰੀ ਜ਼ਿੰਦਗੀ ਉਹਦੇ ਲਈ ਯਤਨ ਕਰਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੋਵਾਂ ਪੱਖਾਂ ਤੋਂ, ਹੁਣ ਇੱਕ ਵਾਕ ਦੇ ਵਿੱਚ ਹੀ ਦੋ ਨੁਕਸ ਸਾਨੂੰ ਭਗਤ ਕਬੀਰ ਸਾਹਿਬ ਜੀ ਨੇ ਗਿਣਾਏ ਨੇ ਕਿ ਜੇ ਜੋੜਨਾ ਹੈ ਤਾਂ ਉਹਦਾ ਠੀਕ ਠੀਕ ਰੱਖ ਕੇ ਜੀਵਨ ਦੇ ਵਰਤਾਰੇ ਵੀ ਚੰਗੇ ਚੱਲਦੇ ਰਹਿਣ। ਪਰ ਕਹਿੰਦੇ ਫਿਰ ਜੋੜਨ ਦੀ ਪ੍ਰਵਿਰਤੀ ਇੰਨੀ ਬਰੀਕ ਹੋ ਗਈ, ਕੌਡੀ ਕੌਡੀ, ਇਸ ਨਿੱਕੇ ਨਿੱਕੇ ਪੱਖ ਤੋਂ ਵੀ ਜਾਣਿਆ। ਤਾਂ ਕਹਿੰਦੇ ਫਿਰ ਜਦੋਂ ਜੋੜੇ ਤਾਂ ਉਹਦਾ ਮਕਸਦ ਵੀ ਲੱਖ ਕਰੋੜ ਰੱਖਿਆ। ਪਰ ਕਹਿੰਦੇ ਇਸ ਅਸਲੀਅਤ ਤੋਂ ਅਣਜਾਣ ਰਿਹਾ ਕਿ ਜੋ ਕੁਝ ਵੀ ਸੰਚੇ। ਇਸ ਕਰਕੇ ਸਿਆਣੇ ਕਹਿੰਦੇ ਨੇ ਜਦੋਂ ਧਨ ਅਰਜਿਤ ਕਰਨਾ ਹੈ ਉਦੋਂ ਵੀ ਦੁੱਖ ਪੈਦਾ ਕਰਦਾ ਹੈ। ਜਿਵੇਂ ਜਿੰਨੀਆਂ ਕੁ ਲੋੜਾਂ ਨੇ ਉਨਾ ਕੁ ਤਾਂ ਆਰਾਮ ਨਾਲ ਪ੍ਰਾਪਤ ਹੋ ਹੀ ਜਾਂਦਾ ਬੰਦੇ ਨੂੰ, ਪਰ ਉਹ ਤ੍ਰਿਸ਼ਨਾ ਵਾਸਨਾ ਵਧਾਉਣ ਕਰਕੇ ਬਹੁਤ ਕੁਝ ਜੋੜਨਾ ਪੈਂਦਾ। ਫਿਰ ਛਲ ਕਪਟ ਪ੍ਰਪੰਚ ਕਰਦਾ ਹੈ ਜਾਂ ਬਹੁਤ ਜ਼ਿਆਦਾ ਸਰੀਰਕ ਮਿਹਨਤ ਕਰਦਾ। ਇਸ ਕਰਕੇ ਪ੍ਰਾਪਤੀ ਵੇਲੇ ਵੀ ਦੁਖੀ ਹੁੰਦਾ ਹੈ। ਕਹਿੰਦੇ ਜਦੋਂ ਪ੍ਰਾਪਤ ਕਰ ਲੈਂਦਾ ਹੈ, ਬੈਠ ਜਾਂਦਾ ਹੈ ਆਰਾਮ ਦੇ ਨਾਲ, ਫਿਰ ਉਹਦੀ ਚਿੰਤਾ ਕਰਕੇ ਦੁਖੀ ਹੁੰਦਾ ਕਿ ਕਿਤੇ ਚੋਰੀ ਨਾ ਹੋ ਜਾਵੇ, ਅੱਗ ਨਾ ਲੱਗ ਜਾਵੇ ਕਿਸੇ ਢੰਗ ਦੇ ਨਾਲ, ਜਾਂ ਔਲਾਦ ਨਾ ਕਿਸੇ ਗਲਤ ਪਾਸੇ ਖਰਚ ਕਰ ਦੇ। ਕਹਿੰਦੇ ਫਿਰ ਦੂਜੇ ਪੱਖ ਕਰਕੇ ਦੁਖੀ ਹੁੰਦਾ ਹੈ। ਤੀਜਾ ਪੱਖ ਜਦੋਂ ਤਿਆਗਣਾ ਪੈਂਦਾ ਹੈ ਮੌਤ ਦੇ ਸਮੇਂ, ਕਹਿੰਦੇ ਉਦੋਂ ਵੀ ਦੁਖੀ ਹੁੰਦਾ। ਇਸ ਕਰਕੇ ਧਨ ਤਿੰਨਾਂ ਸਥਿਤੀਆਂ ਦੇ ਵਿੱਚ ਮਨੁੱਖ ਨੂੰ, ਤਾਂ ਕਰਕੇ ਹੁਣ ਅਸੀਂ ਗੁਰਬਾਣੀ 'ਚ ਰੋਜ਼ਾਨਾ ਵਿਚਾਰ ਦਾ ਭਾਵ ਕੀ ਹੈ ਕਿ ਜਿਹੜਾ ਸਾਡਾ ਪਦਾਰਥਾਂ ਦੇ ਨਾਲ ਆਕਰਸ਼ਣ ਬਣਿਆ ਹੋਇਆ ਹੈ ਉਹ ਟੁੱਟੇ। ਦੁਨੀਆ 'ਚ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੂੰ ਦਿਨ ਦੇ ਵਿੱਚ ਆਹ ਖਿਆਲ ਆਉਂਦਾ, ਆਪਣੀਆਂ ਚੀਜ਼ਾਂ ਭੁੱਲ ਜਾਂਦੀਆਂ ਨੇ, ਆਪਣੀਆਂ ਚੀਜ਼ਾਂ ਜਿਹਨੂੰ ਭੁੱਲਣੀਆਂ ਸ਼ੁਰੂ ਹੋ ਗਈਆਂ ਨੇ, ਰੱਖੀਆਂ ਹੋਈਆਂ ਜਾਂ ਜੋੜੀਆਂ ਹੋਈਆਂ ਜਾਂ ਜਿਹੜੀਆਂ ਉਹਨੇ ਕਮਾਈਆਂ ਹੋਈਆਂ। ਇਸ ਗੱਲ ਦਾ, ਕਿਉਂਕਿ ਨਿੱਜ ਅਨੁਭਵ ਦੀ ਗੱਲ ਕਰ ਰਿਹਾ, ਕਿਉਂਕਿ ਬੜਾ ਕੁਝ ਖੁਦ ਨੂੰ ਵੀ ਮੈਨੂੰ ਆਪਣਾ ਯਾਦ ਨਹੀਂ ਰਹਿੰਦਾ। ਉਹਦਾ ਮਤਲਬ ਕੀ ਹੈ ਕਿ ਸੁਰਤ ਦੇ ਕੁਝ ਹਿੱਸੇ ਜਿਹੜੇ ਹਨ ਉਹ ਨਿਰਲੇਪ ਹੋਣੇ ਸ਼ੁਰੂ ਹੋ ਗਏ ਹਨ। ਆਪਣੇ ਸੰਚੇ ਦਾ ਹੀ ਜ਼ਿਕਰ ਨਹੀਂ ਰਹਿੰਦਾ ਕਿ ਕਿੱਥੇ ਕੀ ਪਿਆ ਹੈ, ਜਾਂ ਜਿਹੜਾ ਸੰਚਿਆ ਹੈ ਉਹਨੂੰ ਕੋਈ ਨੁਕਸਾਨ ਪਹੁੰਚ ਜਾਏ ਜਾਂ ਕੁਝ ਹੋ ਜਾਏ, ਇਹਦੀ ਬਹੁਤੀ ਚਿੰਤਾ ਵੀ ਨਹੀਂ ਹੁੰਦੀ। ਇਹਨੂੰ ਹੀ ਨਿਰਲੇਪ ਹੋਣਾ ਕਿਹਾ ਜਾਂਦਾ ਅਤੇ ਇਹਦੇ ਵਿੱਚੋਂ ਹੀ ਆਤਮਿਕ ਸੁੱਖ ਬਣਦਾ ਬੰਦੇ ਦਾ। ਨਹੀਂ ਤਾਂ ਬੰਦੇ ਆਪਣੀ ਹਰੇਕ ਚੀਜ਼ ਦਾ ਗਿਆਨ ਰੱਖਦੇ ਨੇ, ਇੱਥੇ ਪਈ ਉਹਨੂੰ ਦਿੱਤੀ, ਸਾਰਾ ਕੁਝ। ਉਹਦਾ ਅਮਲ ਪੈਦਾ ਕਰਨ ਦੇ ਲਈ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਅਧਿਆਤਮ ਸਮਝਣ ਦੇ ਵਿੱਚ ਮਦਦ ਕਰਦੀਆਂ ਨੇ। ਤਾਂ ਭਗਤ ਕਬੀਰ ਸਾਹਿਬ ਜੀ ਸਾਨੂੰ ਫਰਮਾਉਂਦੇ ਹਨ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਜਿਨ੍ਹਾਂ ਨੂੰ ਇੰਨੀ ਲੱਖਾਂ ਕਰੋੜਾਂ ਦੀ ਸੰਪਤੀ ਦੇ ਜਾਂਦੇ ਹਨ ਉਹਨਾਂ ਦੇ ਮਾਂ-ਬਾਪ, ਕਈ ਵਾਰੀ ਦੇਖਿਆ ਕਿ ਉਹਨਾਂ ਦੀ ਸੰਪਤੀ ਦਾ ਜਿਹੜਾ ਕੋਈ ਨਾ ਆਪ ਹੀ ਚੰਗਾ ਆਦਰਸ਼ ਕਮਾਇਆ, ਜੇ ਅਗਲਿਆਂ ਨੂੰ ਸੌਂਪ ਦਿੱਤੀ ਉਹਨਾਂ ਵੀ ਕਿੱਥੇ ਕਮਾਇਆ ਫਿਰ। ਇਸ ਕਰਕੇ ਜਿਹੜੀ ਇਹ ਪ੍ਰਵਿਰਤੀ ਹੈ, ਇਹ ਪ੍ਰਵਿਰਤੀ ਵਾਸ਼ਨਾ ਮੁਖੀ ਹੈ। ਇਸ ਗੱਲ ਦਾ ਜੇ ਅਸੀਂ ਸੋਸ਼ਲ ਪੈਟਰਨ ਲੱਭਣਾ ਹੋਵੇ ਤਾਂ ਦੇਖ ਲਓ, ਜਿਨ੍ਹਾਂ ਦੀ ਜੋੜਨ ਦੀ ਪ੍ਰਵਿਰਤੀ ਮਾਤਾ ਪਿਤਾ ਦੇ ਪੱਧਰ 'ਤੇ ਹੁੰਦੀ ਹੈ, ਉਹ ਜੈਨੇਟਿਕ ਰੂਪ ਦੇ ਵਿੱਚ ਪਦਾਰਥਾਂ ਦਾ ਆਕਰਸ਼ਣ ਬਣ ਕੇ ਔਲਾਦ ਵਿੱਚ ਵੀ ਚਲੀ ਜਾਂਦੀ ਹੈ ਅਤੇ ਔਲਾਦ ਤੋਂ ਅੱਗੇ ਫਾਰਵਰਡ ਹੁੰਦੀ ਹੈ। ਇਸ ਕਰਕੇ ਇੱਕ ਬੰਦੇ ਦਾ ਮਾਇਆ ਜੋੜਨ ਵਾਲਾ ਅਤੇ ਉਹਦੀ ਪਕੜ ਰੱਖਣ ਵਾਲਾ ਕਮਾਇਆ ਹੋਇਆ ਗੁਣ ਪੀੜ੍ਹੀਆਂ ਦਾ ਨੁਕਸ ਬਣ ਜਾਂਦਾ ਅਤੇ ਧਰਤੀ 'ਤੇ ਜਿਹੜੇ ਧਰਮ ਦੀ ਸੀਮਾ ਸੰਭਾਵਨਾ ਪੈਦਾ ਹੋਣੀ ਹੁੰਦੀ ਹੈ ਉਹਨੂੰ ਖਤਮ ਹੀ ਕਰ ਦਿੰਦਾ ਹੈ। ਇਸ ਨੁਕਤੇ ਤੋਂ ਜੇ ਅਸੀਂ ਹੋਰ ਵਿਸ਼ਲੇਸ਼ਣ ਕਰੀਏ, ਬੜਾ ਦੀਰਘ ਸਮਝ ਆ ਸਕਦਾ ਹੈ
ਕਿਉਂਕਿ ਸੰਸਕਾਰ ਹੀ ਅੱਗੇ ਪ੍ਰਵਿਰਤ ਨਹੀਂ ਕੀਤੇ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਲਈ ਲੰਗੋਟੀ ਤੋਰ ਸੰਚਿਆ ਹੋਇਆ ਵੀ ਫਿਰ ਸਾਥ ਨਹੀਂ ਜਾਂਦਾ। ਗੁਰਬਾਣੀ 'ਚ ਇੱਕ ਵਾਕ ਹੈ, ਜਿਉ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਤਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਐ ਭੂਤ ਰਹਿਨ ਕਉ ਦੀਆ। ਕਹਿੰਦੇ ਮੱਖੀ ਵਾਂਗ, ਸ਼ਹਿਦ ਦੀ ਵਾਂਗ ਥੋੜ੍ਹਾ ਥੋੜ੍ਹਾ ਰਸ ਚੂਸ ਕੇ ਇਕੱਠਾ ਕੀਤਾ, ਪਰ ਮਖਿਆਲ ਨੇ ਇੱਕ ਯਤਨ ਦੇ ਨਾਲ ਹੀ ਉਹ ਸਾਰਾ ਸ਼ਹਿਦ ਚੋਲਿਆ। ਤਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਲਈ ਲੰਗੋਟੀ ਤੋਰ, ਬਾਕੀ ਧਨ ਤਾਂ ਕਿਤਾ ਰਿਹਾ। ਤਾਂ ਆਖਰ ਦੇ ਸਮੇਂ ਵਿੱਚ ਕਹਿੰਦੇ ਇਹ ਪੈਸੇ ਵੀ ਕਿਉਂ ਅੱਗ ਦੇ ਵਿੱਚ ਸੜਨ ਦੇਣੇ ਨੇ, ਇਹ ਲੰਗੋਟੀ ਵੀ ਲੱਕ ਦੇ ਨਾਲੋਂ ਖੋਲ ਲਓ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਗੱਲਾਂ ਨੂੰ ਦੇਖ ਕੇ ਵੀ, ਜਾਣ ਕੇ ਵੀ ਮਨੁੱਖ ਅਸਲੀਅਤ ਪ੍ਰਤੀ ਚੇਤਨ ਨਹੀਂ ਹੁੰਦਾ ਹੈ। ਕਬੀਰ ਬੈਸਨੋ ਹੁਆ ਤਾਂ ਕਿਆ ਭਇਆ, ਮਾਲਾ ਮੇਲੀ ਚਾਰ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਉਹ ਲੋਕ ਹਨ ਜਿਹੜੇ ਮਾਇਆ ਜੋੜਨ, ਉਹਦੇ ਮੋਹ, ਉਹਦੇ ਬੰਧਨ ਦੇ ਵਿੱਚ ਆਪਣਾ ਜੀਵਨ ਦੇ ਅਰਥ ਗਵਾ ਰਹੇ ਹਨ। ਇੱਕ ਉਹ ਹਨ ਜਿਹੜੇ ਧਰਮ ਦੇ ਵਿੱਚ ਪ੍ਰਵੇਸ਼ ਕਰ ਗਏ ਹਨ, ਅਤੇ ਧਰਮ ਦੇ ਵਿੱਚ ਪ੍ਰਵੇਸ਼ ਕਰਕੇ ਵੀ ਉਹਨਾਂ ਦਾ ਕਲਿਆਣ ਨਹੀਂ ਹੋ ਰਿਹਾ। ਕਿਉਂ? ਕਹਿੰਦੇ ਵੈਸ਼ਨਵ ਭਗਤ ਹੋ ਕੇ, ਜਿਵੇਂ 3 ਮੱਤ ਨੇ ਭਾਰਤ ਦੇ ਵਿੱਚ ਪ੍ਰਮੁੱਖ ਚੱਲਦੇ ਰਹੇ, ਸ਼ੈਵ ਮੱਤ, ਸ਼ਾਕਤ ਮੱਤ ਅਤੇ ਇਸੇ ਪ੍ਰਕਾਰ ਵੈਸ਼ਨਵ ਮੱਤ। ਤਾਂ ਵੈਸ਼ਨਵ ਮੱਤ ਦੇ ਨਾਲ ਸੰਬੰਧਿਤ ਬੰਦੇ ਨੂੰ ਵੈਸ਼ਨੋ ਕਿਹਾ ਜਾਂਦਾ, ਜਿਹੜਾ ਵਿਸ਼ਨੂੰ ਦਾ ਭਗਤ ਹੋਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੈਸ਼ਨਵ ਭਗਤ ਹੋ ਕੇ ਵੀ ਕੀ ਗੱਲ ਹੋ ਗਈ, 4 ਮਾਲਾ ਧਾਰਨ ਕਰ ਲਈਆਂ, ਚੰਦਨ ਦੀ, ਤੁਲਸੀ ਦੀ, ਕਪੂਰ ਦੀ, ਰੁਦਰਾਖ ਦੀ, ਕਹਿੰਦੇ 12 ਤਿਲਕ ਲਗਾ ਲਏ। ਇੰਨਾ ਕੁਝ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਰ ਲਿਆ, ਅਤੇ ਬਾਰਹ ਕੰਚਨ ਬਾਹਰੋਂ 12 ਵੰਨੀ ਦੇ ਸੋਨੇ ਵਾਂਗ ਸ਼ੁੱਧ ਨਜ਼ਰ ਆਉਂਦਾ ਕਿ ਇਹਨੇ 4 ਮਾਲਾਂ ਧਾਰਨ ਕੀਤੀਆਂ, 12 ਤਿਲਕ ਲਾਏ ਨੇ, ਸ਼ਾਇਦ ਬੜਾ ਪਵਿੱਤਰ ਹੋਏਗਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਭੀਤਰ ਭਰੀ ਭੰਗਾਰ, ਇਸੇ ਪ੍ਰਕਾਰ ਅੰਦਰੋਂ ਜਿਵੇਂ ਲਾਖ ਅੰਦਰੋਂ ਕਾਲਖ ਦੇ ਨਾਲ ਭਰੀ ਹੁੰਦੀ ਹੈ, ਧਰਮ ਦਾ ਉੱਜਲ ਲਿਬਾਸ ਧਾਰਨ ਕਰਕੇ ਵੀ ਮਲੀਨ ਖਿਆਲਾਂ ਕਰਕੇ, ਅਗਿਆਨੀ ਫੁਰਨਿਆਂ ਕਰਕੇ ਸਾਰਾ ਜੀਵਨ ਮਲੀਨ ਪਿਆ ਅਤੇ ਅੰਦਰ ਭੰਗਾਰ ਭਰੀ ਹੋਈ ਹੈ। ਕਿ ਇੱਕ ਹੈ, ਪਹਿਲੇ ਸ਼ਲੋਕ ਦੇ ਭਾਵ ਨਾਲ ਇਹਦਾ ਭਾਵ ਜੋੜਾਂ, ਕਿ ਇੱਕ ਹੈ ਜਿਹਨੂੰ ਜੀਵਨ ਦੇ ਅਰਥ ਇੰਨੇ ਕੀ ਸਮਝ ਆਏ ਕਿ ਜੀਵਨ ਜੋੜਨ ਦੇ ਲਈ ਬਣਿਆ, ਉਹ ਵੀ ਅਸਲੀਅਤ ਤੋਂ ਨਹੀਂ ਜਾਣਿਆ। ਕਹਿੰਦੇ ਜਿਹੜਾ ਧਰਮ ਦੇ ਵਿੱਚ ਦਾਖਲ ਹੋ ਗਿਆ ਉਹ ਵੀ ਇਸ ਅਸਲ ਨੂੰ ਨਹੀਂ ਬੁੱਝ ਸਕਿਆ ਕਿ ਭੇਖ ਤੋਂ ਜਾਂ ਬਾਹਰ ਦੇ ਪਾਖੰਡ ਤੋਂ ਰਹਿ ਕੇ ਆਪਣੇ ਆਤਮ ਨੂੰ ਸਵਾਰਨਾ ਹੈ। ਜਿਹੜਾ ਆਪਣੇ, ਜਿਵੇਂ ਉਦਾਹਰਨ ਦੇ ਤੌਰ 'ਤੇ ਤਿਲਕ ਹੈ, ਇਹ ਤਿਲਕ ਦੀ ਜਿਹੜੀ ਪਰੰਪਰਾ ਬਣੀ ਹੈ, ਵੈਸ਼ਨਵ ਮੱਤ ਵਾਲਿਆਂ ਦੇ ਵਿੱਚ 28 ਤਿਲਕ ਮਿਲਦੇ ਨੇ। ਮਤਲਬ ਤਿਲਕ ਨੂੰ ਲਗਾਉਣ ਦੇ 28 ਢੰਗ ਨੇ ਉਹਨਾਂ ਦੇ ਵਿੱਚ, ਉਹਨਾਂ ਨੇ ਵੱਖੋ ਵੱਖਰੇ ਅਰਥ ਵੀ ਉਹਦੇ ਬਣਾਏ ਹੋਏ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਤਿਲਕ ਹੈ, ਇਹਦਾ ਭਾਵ ਸੀ, ਹੁਣ ਇਹਦਾ ਜਿਹੜਾ ਅਧਿਆਤਮ ਅਰਥ ਹੈ ਉਹ ਇਹ ਬਣਦਾ ਹੈ ਕਿ ਦੋਵਾਂ ਅੱਖਾਂ ਦੇ ਮੱਧ ਵਿੱਚ ਲਗਾਇਆ ਜਾਂਦਾ ਹੈ। ਕਿ ਦੋਵਾਂ ਅੱਖਾਂ ਦੇ ਮੱਧ ਦਾ ਭਾਵ ਹੈ ਕਿ ਜਦੋਂ ਵੀ ਕਿਸੇ ਚੀਜ਼ ਨੂੰ ਦੇਖੋ ਉਹਨੂੰ ਉਹਦੀ ਸਮੁੱਚਤਾ ਸਹਿਤ ਗ੍ਰਹਿਣ ਕਰੋ, ਕਿ ਤੁਹਾਡਾ ਦਵੈਤ ਮਿਟੇ। ਕਿਉਂਕਿ 2 ਅੱਖਾਂ ਨੇ 2 ਭਾਵ ਬਣਨਗੇ, ਇਹ ਦੋਵੇਂ ਭਾਵ ਇੱਕ ਹੋ ਜਾਣ। ਇਸ ਕਰਕੇ ਤਿਲਕ, ਹੁਣ ਕਦੇ ਵੀ ਇਹ ਗੱਲ ਨੂੰ ਧਿਆਨ ਰੱਖਣਾ ਕਿ ਜਿੰਨਾ ਵੀ ਰਿਚੁਅਲ ਹੁੰਦਾ ਹੈ ਨਾ, ਉਹਦਾ ਕਈ ਵਾਰੀ ਬਹੁਤ ਡੀਪ ਗਿਆਨ ਹੁੰਦਾ ਹੈ, ਪਰ ਲੋਕ ਨਾ ਉਹਦੀ ਤਰਫ ਸਮਝਦੇ ਨੇ। ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਤਿਲਕ ਲਗਾਉਣ ਵਾਲਾ ਵੀ ਇਸ ਦਵੈਤ ਵਿੱਚ ਰਹਿੰਦਾ ਹੈ ਕਿ ਇਹ ਸ਼ੂਦਰ ਹੈ, ਇਹ ਬ੍ਰਾਹਮਣ ਹੈ, ਪਰ ਉਹਦੇ ਤਿਲਕ ਨੂੰ ਬਣਾਏ ਇਸ ਕਰਕੇ ਗਿਆ ਸੀ ਕਿ ਤੇਰੇ ਗਿਆਨ ਦੇ ਨਾਲ ਤੇਰਾ ਸਿੰਬਲ ਵੀ ਬਣ ਜਾਵੇ। ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਕਿਸੇ ਅੱਗੇ ਅਸੀਂ ਰੋਡ 'ਤੇ ਚੱਲਦੇ ਹਾਂ, ਤਾਂ ਅੱਗੇ ਕੋਈ ਕਿਸੇ ਤਰ੍ਹਾਂ ਦਾ ਖਤਰਾ ਹੁੰਦਾ ਜਾਂ ਕੋਈ ਮੁਸ਼ਕਿਲ ਹੁੰਦੀ ਹੈ, ਅਤੇ ਜੇ ਉਹ ਕਿਤੇ ਉਰਾਂ ਹੀ 200-500 ਮੀਟਰ ਉਰਾਂ ਲਿਖੀ ਹੋਵੇ ਕਿ ਅੱਗੇ ਕੰਮ ਚੱਲ ਰਿਹਾ ਜਾਂ ਕੋਈ ਐਕਸੀਡੈਂਟ ਹੈ, ਤਾਂ ਉਸ ਨੂੰ ਦੇਖ ਕੇ ਮਨੁੱਖ ਦਾ ਸਫ਼ਰ ਸੁਚੇਤ ਹੋ ਜਾਂਦਾ ਹੈ। ਇਵੇਂ ਜਿਹੜੇ ਧਰਮ ਦੇ ਸਿੰਬਲ ਬਣਾਏ ਗਏ ਸਨ, ਉਹ ਇਸੇ ਕਰਕੇ ਬਣਾਏ ਗਏ ਸਨ ਕਿ ਤੇਰੀ ਸਾਧਨਾ ਤੈਨੂੰ ਹਰ ਵੇਲੇ ਯਾਦ ਰਹੇ। ਕਿ ਜੇ ਤੂੰ ਤਿਲਕ ਧਾਰਨ ਕੀਤਾ ਹੈ ਅਤੇ ਤੈਨੂੰ ਪਤਾ ਲੱਗਦਾ ਰਹੇ ਕਿ ਸਾਰਿਆਂ ਦੇ ਅੰਦਰ ਮਾਲਕ ਦੀ ਜੋਤ ਨੂੰ ਇੱਕ ਸਮਾਨ ਦੇਖਣਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹਾ ਭੇਖ ਧਾਰਨ ਕਰਕੇ ਵੀ ਗਿਆਨ ਨਹੀਂ ਕਮਾਇਆ, ਅਤੇ ਆਖਰ ਕੀ ਹੋਇਆ ਕਿ ਭੇਖ ਕਰਕੇ ਤਾਂ ਉੱਜਲ ਬਣ ਗਿਆ, ਪਰ ਅੰਤਰੀਵ ਜੀਵਨ ਦੀ ਸਾਧਨਾ ਨਾ ਕਰਕੇ ਮਲੀਨ ਹੀ ਰਿਹਾ, ਅਤੇ ਧਰਮ ਦੇ ਵਿੱਚ ਕੀਤੀ ਹੋਈ ਸਾਧਨਾ ਵੀ ਮਨੁੱਖ ਦੀ ਵਿਅਰਥ ਚਲੀ ਗਈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ 3 ਸ਼ਲੋਕਾਂ ਦੁਆਰਾ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਜੇ ਅਸੀਂ ਮਨੁੱਖ ਹਾਂ, ਸਾਨੂੰ 84 ਲੱਖ ਜੂਨ ਵਿੱਚ ਉੱਤਮ ਆਖਿਆ ਜਾਂਦਾ, ਅਤੇ ਉਹ ਤਾਂ ਕਰਕੇ ਕਿ ਜੇ ਅਸੀਂ ਪ੍ਰਭੂ ਸਿਫਤ ਸਲਾਹ ਦੇ ਕਰਮਾਂ ਨੂੰ ਧਾਰਨ ਕਰਕੇ ਅਤੇ ਗੁਣਾਂ ਦੀ ਰਾਸ ਪੱਲੇ ਬੰਨ੍ਹ ਕੇ ਜੀਵਨ ਜਿਉਂਦੇ ਹਾਂ, ਨਹੀਂ ਤਾਂ ਪਸ਼ੂ ਨਾਲੋਂ ਵੀ ਨਿਮਨ ਹਾਂ। ਇਸੇ ਪ੍ਰਕਾਰ ਜੀਵਨ ਦੇ ਵਿੱਚ ਜਿਤਨਾ ਕੁਝ ਜੋੜਨਾ ਹੈ, ਉਸ ਜੋੜਨ ਦੇ ਮਕਸਦ ਨੂੰ ਮਾਇਆ ਦੀ ਪਕੜ ਦੇ ਨਾਲੋਂ ਹਟਾ ਕੇ
ਧਰਮ ਦੇ ਕਲਿਆਣ ਲਈ ਧਾਰਨ ਕਰਾਂਗੇ ਤਾਂ ਜੀਵਨ ਉੱਤਮ ਹੋ ਜਾਏਗਾ। ਜੇ ਧਰਮ ਨੂੰ ਧਾਰਨ ਕਰਨਾ ਹੈ ਤੇ ਲਿਬਾਸ ਦੇ ਨੁਕਤੇ ਤੋਂ ਨਹੀਂ, ਭੇਖ ਦੇ ਨੁਕਤੇ ਤੋਂ ਨਹੀਂ, ਧਰਮ ਦੀ ਜਿਹੜੀ ਉੱਚਤਮ ਆਦਰਸ਼ਨ ਵਾਲੀ ਸਾਧਨਾ ਹੈ, ਜਿਹਦੇ ਵਿੱਚ ਆਪਣੇ ਮਨ ਦੀ ਸਾਧਨਾ ਕਰਨੀ, ਆਪਣੀ ਸੁਰਤ ਨੂੰ ਜਿਹੜਾ ਸੰਸਾਰ ਮੁਖੀ ਬਿਰਤੀਆਂ ਤੋਂ ਅਲੇਪ ਕਰਨਾ, ਇਹੋ ਜਿਹੀ ਸਾਧਨਾ ਕਰੋਗੇ ਤਾਂ ਧਰਮ ਦੇ ਸਹੀ ਸਾਧਕ ਕਹਿਲਾਓਗੇ। ਇੰਝ ਸਾਨੂੰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। 3 ਸ਼ਲੋਕਾਂ ਦਾ ਭਾਵ ਉਪਦੇਸ਼ ਬਖਸ਼ਿਸ਼ ਕਰਕੇ ਕਿਰਪਾ ਕਰਨ। ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਚਾਰ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।